नानक अंगद गुरु अमरदास पद बंद रामदास अर्जन गुरु बार श्री हर गोबिंद हर राय हर कृष्ण गुर तेग बहादुर चंद दसवें गोबिंद सिंह गुर नमो चरण अरविंद जिसमें है अमृत ज्ञान है माणिक भगत विराग गुरु ग्रंथ साहिब उद्धद बंदों कर अनुराग श्री गुरु शब्द कमाए जिन जीते पंच विकार तिन संतन को बंदना सिर चरणन पर तार एकंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा भाई पोर उठ कर हटियो दर्शन गुर की प्रीत आए हो गोइंदवाल महदिड शरदा धर चीत भाई पोर उठ कर हटियो। वाहिगुरु जी का खालसा वाहिगुरु जी की फतेह। साहिब आलम ज्ञान स्वरूप चवर छतर तखत दे मालिक जुग जुग अटल धन धन आद सतगुरु श्री गुरु ग्रंथ साहिब महाराज जियां दी अपार बख्शिश हो रही है। संध्या समय सुने रहरास कीर्तन कथा सुने हर जास। श्री गुरु गोबिंद सिंह साहब सच्चे पातशाह जियां दी दसी होई रहत मर्यादा नूं कलगीधर महाराज जियां दे हजूरी सेवक सिख ब्रह्म ज्ञानी भाई नंद लाल साहब जियां ने अपने रहतनामे विच कथन किया है। सतगुरु पातशाह जियां दे इन्हां पावन बचनां नूं कमाउंदियां होइयां गुरु शब्द दियां नेमी प्रेमी गुरसिख संगतां ने संध्या समय दे सजे हुए दीवाना अंदर हाजरी भरदियां होइयां अमृतमयी बाणी दा नितनेम इलाही बाणी दा हर जस कीर्तन सरवण कीता है। उपरंत
ਜੋ ਆਪਾਂ ਹਰ ਰੋਜ਼ ਸਤਿਗੁਰਾਂ ਦੇ ਪਾਵਨ ਪਵਿੱਤਰ ਜੀਵਨ ਦੀ ਲੜੀਵਾਰ ਕਥਾ ਵਿਚਾਰ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋਂ ਸਰਵਣ ਕਰਦੇ ਹਾਂ। ਸੋ ਲੜੀਵਾਰ ਕਥਾ ਵਿਚਾਰ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਇਸ ਚੱਲ ਰਹੇ ਪ੍ਰਸੰਗ ਅੰਦਰ ਆਪਾਂ ਸਰਵਣ ਕਰ ਰਹੇ ਸੀ ਕਿ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਸ਼ਰਨ ਵਿੱਚ ਇੱਕ ਕਰਮਕਾਂਡੀ ਬ੍ਰਾਹਮਣ ਆਇਆ, ਜਿਸ ਦਾ ਨਾਮ ਹੈ ਖੇਡਾ ਸੋਇਨੀ, ਔਰ ਇਹ ਦੁਰਗਾ ਦਾ ਉਪਾਸ਼ਕ ਹੈ। ਬਹੁਤ ਸਾਰੇ ਸੰਗੀਆਂ ਨਾਲ ਮਿਲ ਕੇ ਇਹ ਦੇਵੀ ਦੇ ਦਰਸ਼ਨਾਂ ਨੂੰ ਜਾ ਰਿਹਾ ਹੈ। ਮਨ ਵਿੱਚ ਖਿਆਲ ਆਇਆ ਕਿ ਸਤਿਗੁਰਾਂ ਦੇ ਦਰਸ਼ਨ ਕਰਦੇ ਜਾਵਾਂ। ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਜੋ ਹੁਕਮ ਇਸਨੇ ਸੁਣਿਆ ਕਿ ਪਹਿਲਾਂ ਪੰਗਤ ਵਿੱਚ ਬੈਠ ਕੇ ਭੋਜਨ ਪ੍ਰਸ਼ਾਦ ਛਕਣਾ ਪਏਗਾ, ਉਸ ਤੋਂ ਉਪਰੰਤ ਸਤਿਗੁਰਾਂ ਦੇ ਦੀਦਾਰ ਹੋਣਗੇ। ਵੇਦ ਸ਼ਾਸਤਰਾਂ ਦੇ ਦੱਸੇ ਹੋਏ ਕਰਮ ਕਾਂਡਾਂ ਵਿੱਚ ਬੱਝਾ ਹੋਇਆ ਇਹ ਬ੍ਰਾਹਮਣ ਸਮਰੱਥ ਸਤਿਗੁਰੂ ਦੇ ਉੱਪਰ ਤਰਕ ਕਰ ਬੈਠਾ ਹੈ ਕਿ ਮੈਂ ਇੱਕੋ ਪੰਗਤ ਵਿੱਚ ਬੈਠ ਕੇ ਕਿਵੇਂ ਛਕ ਸਕਦਾ ਹਾਂ, ਇਸ ਨਾਲ ਮੇਰਾ ਧਰਮ ਭ੍ਰਿਸ਼ਟ ਹੋ ਜਾਏਗਾ। ਸਤਿਗੁਰਾਂ ਦੇ ਦਰਸ਼ਨ ਵੀ ਨਾ ਕੀਤੇ, ਪੰਗਤ ਵਿੱਚ ਬੈਠ ਕੇ ਭੋਜਨ ਪ੍ਰਸ਼ਾਦ ਨਾ ਛਕਿਆ, ਉਸੇ ਤਰ੍ਹਾਂ ਅੱਗੇ ਚਲੇ ਗਿਆ। ਜਦੋਂ 2 ਕੋ ਅੱਗੇ ਪਹੁੰਚਿਆ ਹੈ, ਸੂਰਜ ਢਲ ਚੁੱਕਾ ਹੈ, ਉੱਥੇ ਰਾਤ ਵਿਸ਼ਰਾਮ ਕੀਤਾ। ਔਰ ਫਿਰ ਸੁਪਨੇ ਦੇ ਵਿੱਚ ਦੁਰਗਾ ਦੇਵੀ ਨੇ ਬੜਾ ਭਿਆਨਕ ਸਰੂਪ ਇਸ ਨੂੰ ਦਿਖਾਇਆ ਔਰ ਇਹ ਕਿਹਾ ਕਿ ਜੇ ਤੂੰ ਆਪਣਾ ਜੀਵਨ ਸਫਲ ਕਰਨਾ ਚਾਹੁੰਦਾ ਹੈ ਤੇ ਸਤਿਗੁਰੂ ਦੀ ਸ਼ਰਨ ਵਿੱਚ ਜਾ ਕੇ ਖਿਮਾ ਮੰਗ ਔਰ ਆਪਣੇ ਮਨ ਦਾ ਸ਼ੰਕਾ ਦੂਰ ਕਰ। ਇਤੋਂ ਤੱਕ ਇਸ ਪ੍ਰਸੰਗ ਨੂੰ ਆਪਾਂ ਸਰਵਣ ਕੀਤਾ ਹੈ। ਇਸ ਤੋਂ ਅੱਗੇ ਜਿਸ ਪ੍ਰਕਾਰ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ਾਂ ਵਰਤਾ ਰਹੇ ਨੇ, ਇਸ ਸਾਰੀ ਆਨੰਦਮਈ ਕਥਾ ਵਿਚਾਰ ਨੂੰ ਸਿੱਖ ਪੰਥ ਦੇ ਮਹਾਨ ਵਿਦਵਾਨ ਮਹਾਕਵੀ ਭਾਈ ਸੰਤੋਖ ਸਿੰਘ ਸਾਹਿਬ ਚੂੜਾਮਣ ਜੀ ਜਿਸ ਪ੍ਰਕਾਰ ਲਿਖ ਰਹੇ ਨੇ, ਆਓ ਗੁਰੂ ਚਰਨਾਂ 'ਚ ਹਾਜ਼ਰੀ ਭਰਦਿਆਂ ਹੋਇਆ ਮਨ ਚਿੱਤ ਬ੍ਰਿਤੀਆਂ ਦੀ ਇਕਾਗਰਤਾ ਨਾਲ ਸਤਿਗੁਰਾਂ ਦੇ ਪਵਿੱਤਰ ਜੀਵਨ ਨੂੰ ਸਰਵਣ ਕਰਕੇ ਸਤ ਸੰਗਤ ਦਾ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਭਈ ਪੋਰ ਉਠ ਕਰ ਹਟਿਓ, ਦਰਸ਼ਨ ਗੁਰ ਕੀ ਪ੍ਰੀਤ। ਇਉਂ ਕਹਿੰਦੇ ਰਾਤ ਵਿਸ਼ਰਾਮ ਕੀਤਾ ਹੈ, ਸਵੇਰ ਦਾ ਸਮਾਂ ਹੋਇਆ ਔਰ ਉੱਠਿਆ ਹੈ ਆਪਣਾ ਸਾਰਾ ਨਿਯਮ ਪੂਰਾ ਕਰਕੇ। ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਦਰਸ਼ਨਾਂ ਦਾ ਅੰਦਰ ਪ੍ਰੇਮ ਜਾਗਿਆ ਹੈ। ਆਏ ਹੋ ਗੋਇੰਦਵਾਲ ਮਹਿਦਿਡ, ਸ਼ਰਦਾ ਧਰ ਚੀਤ। ਕਹਿੰਦੇ ਆਪਣੇ ਹਿਰਦੇ 'ਚ ਦ੍ਰਿੜ ਸ਼ਰਧਾ ਧਾਰ ਕੇ, ਪੱਕੀ ਸ਼ਰਧਾ ਧਾਰ ਕੇ ਇਹ ਹੁਣ ਦੇਵੀ ਦੇ ਦਰਸ਼ਨਾਂ ਨੂੰ ਨਹੀਂ ਗਿਆ। ਕਹਿੰਦੇ 2 ਕੋ ਹਾਲੇ ਗੋਇੰਦਵਾਲ ਸਾਹਿਬ ਤੋਂ ਗਿਆ ਸੀ ਤੇ ਸਵੇਰ ਹੁੰਦਿਆਂ ਸਾਰ ਹੀ ਉੱਥੋਂ ਵਾਪਸ ਸ਼੍ਰੀ ਗੋਇੰਦਵਾਲ ਸਾਹਿਬ ਨੂੰ ਚੱਲ ਪਿਆ ਹੈ। ਚੋਪਈ ਪ੍ਰਥਮ ਦੇਗ ਮਹਿ ਅਚਿਓ ਹਾਰਾ। ਇਉਂ ਕਹਿੰਦੇ ਹੁਣ ਗੋਇੰਦਵਾਲ ਸਾਹਿਬ ਵਿਖੇ ਪਹੁੰਚਿਆ ਤੇ ਸਭ ਤੋਂ ਪਹਿਲਾਂ ਜੋ ਲੰਗਰ ਚੱਲ ਰਿਹਾ ਹੈ, ਲੰਗਰ ਵਿੱਚ ਆ ਕੇ ਇੱਕੋ ਪੰਗਤ ਵਿੱਚ ਬੈਠ ਕੇ ਭੋਜਨ ਪ੍ਰਸ਼ਾਦ ਛਕ ਲਿਆ। ਪੁਨ ਗਮਨਿਓ ਜਹ ਸਤਿਗੁਰ ਦੁਆਰਾ। ਫਿਰ ਉੱਥੇ ਪਹੁੰਚਿਆ ਹੈ ਜਿੱਥੇ ਹਜ਼ੂਰ ਸੱਚੇ ਪਾਤਸ਼ਾਹ ਜੀ ਸੰਗਤ ਵਿੱਚ
ਦਰਬਾਰ ਸਾਹਿਬ ਦੇ ਅੰਦਰ ਸੰਗਤਾਂ ਨੂੰ ਉਪਦੇਸ਼ ਦੇ ਰਹੇ ਹਨ। ਜਿਸ ਕੇ ਹਿਰਦੈ ਪ੍ਰੇਮ ਬਹੁ ਜਾਗਾ। ਕਹਿੰਦੇ ਹੁਣ ਇਹ ਵੱਡਿਆਂ ਭਾਗਾਂ ਵਾਲਾ ਬਣ ਗਿਆ, ਇਸ ਦੇ ਅੰਦਰ ਬਹੁਤ ਪ੍ਰੇਮ ਪੈਦਾ ਹੋਇਆ ਹੈ, ਕਿਉਂਕਿ ਇਸ ਦਾ ਖਿਆਲ ਸੀ ਕਿ ਜਿਸ ਦੇ ਅੰਦਰ ਗੁਰੂ ਦੇ ਪ੍ਰਤੀ ਬਹੁਤ ਪ੍ਰੇਮ ਹੋਵੇਗਾ ਉਹੀ ਆਪਣੇ ਕਰਮ ਧਰਮ ਨੂੰ ਛੱਡ ਕੇ ਦਰਸ਼ਨ ਕਰੇਗਾ ਨਾ। ਹੁਣ ਇਸ ਨੂੰ ਐਸਾ ਪ੍ਰੇਮ ਪ੍ਰਾਪਤ ਹੋ ਗਿਆ ਹੈ, ਸਤਿਗੁਰਾਂ ਦੇ ਦਰਸ਼ਨ ਕੀਤੇ ਹਨ। ਜਾਗਣ ਲੱਗੇ ਭਾਲ ਕੇ ਭਾਗਾ। ਕਹਿੰਦੇ ਮੱਥੇ ਦੇ ਜਿਹੜੇ ਭਾਗ, ਭਾਲ ਮੈਨਾ ਮੱਥਾ, ਮੱਥੇ ਦੇ ਚੰਗੇ ਭਾਗ ਇਸ ਦੇ ਜਾਗਣ ਲੱਗੇ ਹਨ। ਦਰਸ਼ਨ ਕਰਿਓ ਜਾਏ ਕਰ ਜਬੈ। ਇਉਂ ਕਹਿੰਦੇ ਸੰਗਤ ਵਿੱਚ ਜਾ ਕੇ ਇਸੇ ਤਰ੍ਹਾਂ ਦਰਸ਼ਨ ਕਰ ਰਿਹਾ ਹੈ, ਜਿਵੇਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨ ਕਰ ਰਹੇ ਹਾਂ। ਇਵੇਂ ਕਹਿੰਦੇ ਸਤਿਗੁਰਾਂ ਦਾ ਪਾਵਨ ਦਰਬਾਰ ਸਜ ਰਿਹਾ ਹੈ। ਸਤਿਗੁਰੂ ਜੀ ਤਖਤ ਸਾਹਿਬ ਤੇ ਸੁਸ਼ੋਭਿਤ ਹੋ ਕੇ ਸਿੱਖ ਸੰਗਤਾਂ ਨੂੰ ਜੀਵਨ ਮੁਕਤੀ ਦਾ ਉਪਦੇਸ਼ ਦੇ ਰਹੇ ਨੇ। ਇਸੇ ਤਰ੍ਹਾਂ ਗੁਰੂ ਦੇ ਪਿਆਰ ਵਾਲੀਆਂ ਸੰਗਤਾਂ ਗੁਰੂ ਹਜ਼ੂਰੀ ਵਿੱਚ ਬੈਠੀਆਂ ਹਨ। ਪ੍ਰੇਮ ਅਧੀਨ ਪਰਿਓ ਪਦ ਤਬੈ। ਇਉਂ ਕਹਿੰਦੇ ਬਹੁਤ ਦੀਨ ਹੋ ਕੇ ਬੜੇ ਨਿਮਰ ਭਾਵ ਨਾਲ ਇਹਨੇ ਸਤਿਗੁਰਾਂ ਦੇ ਸਨਮੁਖ ਬੇਨਤੀ ਕੀਤੀ। ਸਤਿਗੁਰ ਨੇ ਬੂਝਿਓ ਦਿਜ ਕਹੋ। ਅੰਤਰਜਾਮੀ ਸਤਿਗੁਰੂ ਜੀ ਭਾਵੇਂ ਸਭ ਕੁਝ ਜਾਣਦੇ ਨੇ, ਪਰ ਸੰਗਤ ਵਿੱਚ ਇਸ ਸਾਰੀ ਕਥਾ ਨੂੰ ਪ੍ਰਗਟ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪੰਡਤ ਜੀ ਦੱਸੋ ਕਿਵੇਂ ਆਏ ਹੋ। ਕਿਤ ਤੇ ਆਏ ਦਰਸ ਕੋ ਲਹੋ। ਮਹਾਰਾਜ ਕਹਿੰਦੇ ਤੁਸੀਂ ਇੱਥੇ ਦਰਸ਼ਨਾਂ ਲਈ ਆਏ ਹੋ, ਕਿੱਧਰੋਂ ਆਏ ਹੋ, ਕਿੱਧਰ ਜਾ ਰਹੇ ਹੋ। ਸੁਨ ਖੇਡੇ ਨੇ ਸਰਬ ਬਿਰਤਾਂਤ। ਉਸ ਵੇਲੇ ਇਸ ਬ੍ਰਾਹਮਣ ਨੇ, ਜਿਸ ਦਾ ਨਾਮ ਖੇਡਾ ਹੈ, ਇਸ ਦੀ ਜਾਤ ਸੋਇਨੀ ਹੈ, ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਦੇ ਅੰਦਰ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੇ ਸਿੱਖਾਂ ਵਿੱਚ ਇਸ ਦਾ ਨਾਮ ਲਿਖਿਆ ਹੋਇਆ ਹੈ। ਸੋ ਇਹ ਬ੍ਰਾਹਮਣ ਖੇਡਾ ਸੋਇਨੀ ਸਤਿਗੁਰਾਂ ਦੇ ਸਨਮੁਖ ਹੋ ਕੇ ਸੀਸ ਝੁਕਾ ਕੇ ਗਲ ਵਿੱਚ ਪੱਲਾ ਪਾ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹੈ। ਬਿਦਤ ਗੁਪਤ ਸਭ ਕਹਿ ਵਿਖਿਆਤ। ਜੋ ਵੀ ਬਿਦਤ ਪ੍ਰਗਟ ਹੈ, ਜੋ ਗੁਪਤ ਹੈ, ਸਾਰੀ ਵਿਖਿਆਤ, ਸਾਰੀ ਕਥਾ ਜਿਹੜੀ ਹੈ, ਜੋ ਇਹਦੇ ਨਾਲ ਵਾਪਰਿਆ ਹੈ, ਕਿਵੇਂ ਇਹ ਪਹਿਲਾਂ ਆਇਆ ਸੀ, ਕਿਵੇਂ ਇਹਨੂੰ ਸ਼ੰਕਾ ਹੋਇਆ, ਕਿਵੇਂ ਬਿਨਾਂ ਪੰਗਤ ਵਿੱਚ ਬੈਠਣ ਤੋਂ, ਬਿਨਾਂ ਦਰਸ਼ਨ ਕਰਨ ਤੋਂ ਚਲੇ ਗਿਆ, ਫਿਰ ਕਿਵੇਂ ਇਸ ਨੂੰ ਸੁਪਨਾ ਆਇਆ, ਦੁਰਗਾ ਦੇਵੀ ਨੇ ਕੀ ਕਿਹਾ, ਇਹ ਸਾਰੀ ਕਥਾ ਇਹਨੇ ਸੰਗਤ ਵਿੱਚ ਹੀ ਸਤਿਗੁਰਾਂ ਨੂੰ ਸੁਣਾ ਦਿੱਤੀ। ਮਨ ਗਿਲਾਨ ਕਰ ਮੈਂ ਉੱਠ ਗਇਓ। ਉਸ ਵੇਲੇ ਕਹਿੰਦਾ ਸੱਚੇ ਪਾਤਸ਼ਾਹ ਜੀ, ਮੈਂ ਮਨ ਵਿੱਚ ਗਿਲਾਨੀ ਕਰ ਬੈਠਾ ਸੀ। ਗਿਲਾਨੀ ਕਹਿੰਦੇ ਨੇ ਛੂਤ ਛਾਤ ਮੰਨਣਾ ਜਾਂ ਨਫ਼ਰਤ ਕਰਨੀ। ਮਹਾਰਾਜ ਜਦੋਂ ਮੈਂ ਦੇਖਿਆ ਨਾ ਕਿ ਗੁਰੂ ਘਰ ਦੇ ਵਿੱਚ ਉੱਥੇ ਹੀ ਅਮੀਰ ਬੈਠਾ, ਉੱਥੇ ਹੀ ਗਰੀਬ ਬੈਠਾ ਹੈ, ਉੱਥੇ ਉੱਚੀ ਜਾਤ ਵਾਲਾ, ਉੱਥੇ ਨੀਵੀਂ ਜਾਤ ਵਾਲਾ, ਮਹਾਰਾਜ ਮੈਨੂੰ ਪਾਪੀ ਨੂੰ, ਅਸ਼ਰਦਕ ਨੂੰ ਗਿਲਾਨੀ ਹੋ ਗਈ ਸੀ। ਮੈਂ ਬਿਨਾਂ ਦਰਸ਼ਨ ਕੀਤਿਆਂ ਚਲੇ ਗਿਆ ਸੀ। ਦਾਰੁਣ ਦਰਸ ਕਾਲਕਾ ਪਇਓ। ਸੱਚੇ ਪਾਤਸ਼ਾਹ ਜੀ ਫਿਰ ਸੁਪਨੇ ਵਿੱਚ ਕਾਲਕਾ ਦਾ, ਦੁਰਗਾ ਦੇਵੀ ਦਾ ਬੜਾ ਦਾਰੁਣ ਸਰੂਪ, ਬੜਾ ਭਿਆਨਕ ਸਰੂਪ ਮੈਂ ਦੇਖਿਆ। ਇਹ ਦਾਰੁਣ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਹੈ। ਮਾਧੋ ਦਾਰੁਣ ਦੁੱਖ ਸਹਿਓ ਨਾ ਜਾਏ। ਸੋ ਦਾਰੁਣ ਦਾ ਅਰਥ ਹੈ ਬਹੁਤ ਭਿਆਨਕ। ਕਹਿੰਦੇ ਮਹਾਰਾਜ ਮੈਂ ਬੜਾ ਭਿਆਨਕ ਸਰੂਪ ਦੇਖਿਆ ਸੀ। ਤੁਮਰੋ ਭੇਵ ਬਤਾਇਓ ਸਾਰੋ। ਔਰ ਜਿਸ ਦੇਵੀ ਦਾ ਮੈਂ ਉਪਾਸ਼ਕ ਸੀ, ਉਸ ਦੇਵੀ ਨੇ ਤੁਹਾਡਾ ਸਾਰਾ ਭੇਦ ਮੈਨੂੰ ਦੱਸਿਆ ਕਿ ਕਲਯੁਗ ਦੇ ਆਧਾਰ ਵਾਸਤੇ ਉਹ ਨਿਰੰਕਾਰ ਸਰੂਪ ਗੁਰੂ ਨਾਨਕ ਸਾਹਿਬ ਜੀ ਦੇ ਤੀਸਰੇ ਸਰੂਪ ਹਨ। ਹਟ ਆਇਓ ਮੈਂ ਸ਼ਰਨ ਤੁਹਾਰੋ। ਇਸ ਕਰਕੇ ਮਹਾਰਾਜ ਮੈਂ ਹੁਣ ਰਸਤੇ ਚੋਂ ਹਟ ਕੇ ਵਾਪਸ ਮੁੜ ਕੇ ਆਪ ਜੀ ਦੀ ਸ਼ਰਨ ਵਿੱਚ ਆ ਗਿਆ ਹਾਂ। ਅਬ ਮੇਰੇ ਪਰ ਜੇ ਤੁਮ ਦਇਆ। ਇਸ ਕਰਕੇ ਜੇ ਆਪ ਜੀ ਮੇਰੇ ਉੱਪਰ ਇਹ ਦਇਆ ਕਰ ਦੇਵੋ। ਸੁਪਨੇ ਮਹਿ ਦੇਵੀ ਕਹਿ ਦਇਆ। ਔਰ ਜੋ ਸੁਪਨੇ ਵਿੱਚ ਮੈਨੂੰ ਦੇਵੀ ਨੇ ਕਿਹਾ ਸੀ, ਕੁਪਤ ਰੂਪ ਤਬ ਹਿਰਨ ਕਰਿਓ। ਸੱਚੇ ਪਾਤਸ਼ਾਹ ਜੀ ਉਸ ਵੇਲੇ ਮੈਂ ਸੁਪਨੇ ਵਿੱਚ ਗੁਪਤ ਰੂਪ ਵਿੱਚ ਜੋ ਦੇਵੀ ਦੇ ਦਰਸ਼ਨ ਕੀਤੇ ਸਨ। ਸੁਨੇ ਬਾਕ ਜਿਸ ਕੇ ਮੈਂ ਮੁਰਿਓ। ਔਰ ਜਿਸ ਦੇ ਬਚਨਾਂ ਨੂੰ ਸੁਣ ਕੇ
ਜਿਸ ਦੀ ਆਵਾਜ਼ ਤੇ ਜਿਸ ਦਾ ਭਿਆਨਕ ਸਰੂਪ ਮੈਂ ਸੁਪਨੇ 'ਚ ਦੇਖਿਆ ਸੀ, ਉਸ ਦੇ ਬਚਨਾਂ ਨੂੰ ਸੁਣ ਕੇ ਮੰਨ ਕੇ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ। ਸੋ ਸਰੂਪ ਜਗਮਾਤ ਮਹਾਬਰ। ਔਰ ਉਹ ਜਿਹੜਾ ਮੈਂ ਸਰੂਪ ਦੁਰਗਾ ਦਾ ਸੁਪਨੇ ਵਿੱਚ ਦੇਖਿਆ ਸੀ, ਭਈ ਕੇ ਨਹੀਂ ਪ੍ਰਸੰਨ ਮੋਹਿ ਪਰ। ਹੁਣ ਮੈਂ ਜਾਣਨਾ ਚਾਹੁੰਦਾ ਹਾਂ ਕਿ ਉਹ ਦੁਰਗਾ ਦੇਵੀ ਮੇਰੇ ਉੱਪਰ ਪ੍ਰਸੰਨ ਹੋਈ ਹੈ ਕਿ ਨਹੀਂ ਹੋਈ। ਇਹੋ ਸੰਦੇਹ ਮਹਾ ਉਰ ਮੇਰੇ। ਸੱਚੇ ਪਾਤਸ਼ਾਹ ਜੀ, ਆਪ ਜੀ ਸਰਬ ਕਲਾ ਸਮਰੱਥ ਹੋ, ਕਿਰਪਾ ਕਰੋ, ਮੇਰੇ ਮਨ ਦਾ ਸ਼ੰਕਾ ਦੂਰ ਕਰੋ। ਸਾਧ ਸੰਗਤ ਜੀ, ਬੜਾ ਗੋਹਜ ਭੇਜਦਾ ਹੈ। ਇਹ ਜਗਿਆਸੂ ਦੀ ਆਤਮਿਕ ਅਵਸਥਾ ਹੈ। ਕਈ ਵਾਰੀ ਇਸ ਤਰ੍ਹਾਂ ਦੇ ਬਚਨ ਸੁਣ ਕੇ ਸ਼ੰਕਾ ਪੈਦਾ ਹੋ ਜਾਂਦਾ ਹੈ, ਇਹ ਕਿਵੇਂ ਹੋ ਸਕਦਾ, ਸਾਨੂੰ ਤਾਂ ਐਸਾ ਕੁਝ ਦਿਸਦਾ ਨਹੀਂ ਹੈ। ਸੋ ਸਾਧ ਸੰਗਤ ਜੀ, ਜਗਿਆਸੂ ਦੀ ਵੱਖੋ ਵੱਖ ਅਵਸਥਾ ਹੈ। ਅੱਜ ਤੋਂ ਕਰੀਬਨ 16-17 ਸਾਲ ਪਹਿਲਾਂ ਇੱਕ ਲੁਧਿਆਣੇ 'ਚ ਬੜਾ ਗੁਰਮੁਖ ਪਿਆਰਾ ਰਹਿੰਦਾ ਸੀ, ਬੜਾ ਨਾਮ ਬਾਣੀ ਦਾ ਅਭਿਆਸੀ। ਉਹ ਵੀ ਮੈਨੂੰ ਦੱਸਦਾ, ਕਹਿੰਦਾ ਗਿਆਨੀ ਜੀ, ਮੇਰੇ ਨਾਲ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਮੈਂ ਅੰਮ੍ਰਿਤ ਵੇਲੇ ਜਾਗ ਕੇ ਚੌਂਕੜਾ ਲਾ ਕੇ ਸਿਮਰਨ ਕਰਦਾ ਨਾ, ਤੇ ਛੱਤ ਦੇ ਉੱਪਰ ਬੈਠਦਾ ਹਾਂ, ਤੇ ਕਈ ਵਾਰੀ ਮੈਨੂੰ ਇਉਂ ਮਹਿਸੂਸ ਹੁੰਦਾ ਹੈ ਕਿ ਕੋਈ ਦੇਵਤਾ ਆਕਾਸ਼ ਵਿੱਚ ਉਤਰ ਕੇ ਮੇਰੇ ਸਾਹਮਣੇ ਆ ਕੇ ਬੈਠ ਜਾਂਦਾ। ਜਦੋਂ ਮੈਂ ਨੇਤਰ ਖੋਲਦਾ ਮੈਨੂੰ ਕੁਝ ਨਹੀਂ ਦਿਸਦਾ। ਇਹਦਾ ਕੀ ਕਾਰਨ ਆ? ਮੈਂ ਕਿਹਾ ਮੇਰਾ ਤਾਂ ਇੰਨਾ ਅਭਿਆਸ ਨਹੀਂ ਹੈ। ਆਈਏ ਕਿਸੇ ਅਭਿਆਸੀ ਮਹਾਂਪੁਰਖ ਗੁਰਮੁਖ ਨੂੰ ਪੁੱਛੀ, ਉਹੀ ਦੱਸ ਸਕਦਾ। ਸੋ ਇਸ ਤਰ੍ਹਾਂ ਜਗਿਆਸੂ ਨੂੰ, ਅਭਿਆਸੀ ਨੂੰ ਇਸ ਮਾਰਗ ਤੇ ਚੱਲਦਿਆਂ ਇਸ ਤਰ੍ਹਾਂ ਦੇ ਬਹੁਤ ਸਾਰੇ ਅਨੁਭਵ ਹੁੰਦੇ ਰਹਿੰਦੇ ਨੇ। ਜਿਸ ਤਰ੍ਹਾਂ ਬਾਬਾ ਕਬੀਰ ਸਾਹਿਬ ਜੀ ਦਾ ਬਚਨ ਹੈ, ਕਹਿੰਦੇ ਅਸੀਂ ਜਦੋਂ ਅਭਿਆਸ ਕਰਦੇ ਰਹੇ, ਅਭਿਆਸ ਕਰਦਿਆਂ ਸਾਨੂੰ ਇੱਕ ਐਸੀ ਆਤਮਿਕ ਅਵਸਥਾ ਪ੍ਰਾਪਤ ਹੋਈ, ਤੈ ਝਿਲਮਿਲਕਾਰ ਦਿਸੰਤਾ। ਕਹਿੰਦੇ ਉੱਥੇ ਝਿਲਮਿਲਕਾਰ ਹੀ ਇਸ ਤਰ੍ਹਾਂ ਦੀਆਂ ਰੌਸ਼ਨੀਆਂ, ਰੰਗ ਬਰੰਗਾ ਪ੍ਰਕਾਸ਼ ਸਾਨੂੰ ਦਿਸਿਆ। ਜਿਵੇਂ ਸਾਧ ਸੰਗਤ ਜੀ, ਆਪਾਂ ਕਿਸੇ ਸਫ਼ਰ ਤੇ ਜਾਂਦੇ ਆ ਨਾ, ਕਿਸੇ ਮੰਜ਼ਿਲ ਤੇ ਪਹੁੰਚਦੇ ਆ, ਤੇ ਰਸਤੇ ਵਿੱਚ ਆਪਾਂ ਕਹਿੰਦੇ ਨਾ, ਜਾ ਕੇ ਅਸੀਂ ਬੜਾ ਕੁਝ ਦੇਖਿਆ, ਬੜੇ ਪਹਾੜ, ਬੜੇ ਮੈਦਾਨ, ਬੜੇ ਜਾਨਵਰ, ਬੜੇ ਦਰਖਤ, ਕਿੰਨਾ ਕੁਝ ਦੇਖਦੇ ਆ। ਇਉਂ ਕਹਿੰਦੇ ਅਭਿਆਸੀਆਂ ਦੀ ਅਵਸਥਾ ਹੁੰਦੀ ਹੈ। ਜਦੋਂ ਇਸ ਮਾਰਗ ਤੇ ਚੱਲ ਪਈਏ ਨਾ, ਫਿਰ ਪਤਾ ਚੱਲਦਾ ਹੈ ਕਿ ਇਸ ਤਰ੍ਹਾਂ ਦੇ ਅਨੇਕਾਂ ਕੌਤਕ ਰਸਤੇ ਵਿੱਚ ਦੇਖਣ ਨੂੰ ਮਿਲਦੇ ਨੇ। ਅਖੀਰ ਸ਼ਬਦ ਨਾਲ ਜੁੜਿਆ ਹੋਇਆ ਪ੍ਰੇਮੀ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ, ਤੇ ਕਈ ਇਹਨਾਂ ਸਿੱਧੀਆਂ ਵਿੱਚ ਅਟਕ ਵੀ ਜਾਂਦੇ ਨੇ, ਜਿਵੇਂ ਸਿੱਧਾਂ ਦੀ ਅਵਸਥਾ ਸੀ। ਇਸ ਲਈ ਮਹਾਰਾਜ ਕਹਿੰਦੇ ਸਨ, ਭਾਈ ਇਹ ਰਿੱਧੀਆਂ ਸਿੱਧੀਆਂ ਵਿੱਚ ਅਟਕਣਾ ਨਹੀਂ ਹੈ, ਇਹਨਾਂ ਤੋਂ ਅੱਗੇ ਲੰਘਣਾ ਹੈ, ਮੰਜ਼ਿਲ ਅੱਗੇ ਹੈ। ਸੋ ਇਉਂ ਗੁਰਮੁਖਾਂ ਦੀ ਅਵਸਥਾ ਹੈ। ਹੁਣ ਇਹ ਜਿਹੜਾ ਖੇਡਾ ਸੋਇਨੀ ਹੈ, ਇਹ ਕਹਿੰਦਾ ਸੱਚੇ ਪਾਤਸ਼ਾਹ ਜੀ, ਆਪ ਜੀ ਸਰਬ ਕਲਾ ਸਮਰੱਥ ਹੋ, ਕਿਰਪਾ ਕਰੋ, ਜੋ ਮੈਂ ਦੇਵੀ ਦਾ ਭਿਆਨਕ ਰੂਪ ਦੇਖਿਆ ਸੀ, ਹੁਣ ਮੈਂ ਚਾਹੁੰਦਾ ਹਾਂ ਕਿ ਮੈਂ ਉਸ ਦਾ ਦੁਬਾਰਾ ਦਰਸ਼ਨ ਕਰਾਂ, ਕਿ ਦੇਖਾਂ ਉਸ ਦਾ ਸਰੂਪ ਅਸਲ ਵਿੱਚ ਕੀ ਹੈ, ਜਿਸ ਦੀ ਮੈਂ ਉਪਾਸਨਾ ਕਰਦਾ ਰਿਹਾ, ਜਿਸ ਦੀ ਮੈਂ ਆਰਾਧਨਾ ਕਰਦਾ ਰਿਹਾ। ਉਹ ਦੇਵੀ ਕਿਹੋ ਜੀ ਮੈਂ ਦੇਖਣੀ ਚਾਹੁੰਦਾ ਸੀ, ਪਰ ਜਦੋਂ ਉਹਦੇ ਦਰਸ਼ਨ ਹੋਏ, ਉਹ ਬੜੇ ਰੁਦਰ ਰੂਪ ਵਿੱਚ ਸੀ, ਬੜੇ ਭਿਆਨਕ ਰੂਪ ਵਿੱਚ ਸੀ, ਮੈਂ ਦਰਸ਼ਨ ਨਹੀਂ ਕਰ ਸਕਿਆ। ਮੇਰੀ ਇੱਛਾ ਹੈ, ਅਭਿਲਾਸ਼ਾ ਹੈ, ਕਿਰਪਾ ਕਰੋ, ਤੁਸੀਂ ਇੱਛਾ ਪੂਰੀ ਕਰ ਸਕਦੇ ਹੋ। ਇਹ ਮੇਰੇ ਮਨ ਦਾ ਸ਼ੰਕਾ ਵੀ ਹੈ। ਸੋ ਸਾਧ ਸੰਗਤ ਜੀ, ਇਹ ਗੁਰੂ ਦੀ ਸਮਰੱਥਾ ਹੈ। ਵਿਦਵਾਨ ਮਹਾਂਪੁਰਖਾਂ ਦੇ ਬਚਨ ਨੇ, ਅਨੇਕ ਸੰਸਿਓ ਛੇਦੀ, ਕਿ ਜੋ ਗੁਰੂ ਹੈ ਆਪਣੇ ਸੇਵਕ ਦੇ, ਸਿੱਖ ਦੇ ਅਨੇਕਾਂ ਸ਼ੰਕਿਆਂ ਦਾ ਨਾਸ਼ ਕਰਨ ਦੀ ਸਮਰੱਥਾ ਰੱਖਦਾ ਹੈ। ਗੁਰੂ ਇਹ ਨਹੀਂ ਕਹਿੰਦਾ ਕਿ ਜਾ ਭਾਈ ਚਲੇ ਜਾਏ, ਕਿ ਪੁੱਠੇ ਸਿੱਧੇ ਸਵਾਲ ਕਰ ਰਹੇ ਹੈ, ਕਿਹੋ ਜਿਹੀਆਂ ਗੱਲਾਂ ਕਰ ਰਹੇ ਹੈ। ਕਹਿੰਦੇ ਨਹੀਂ, ਅਨੇਕ ਸੰਸਿਓ ਛੇਦੀ ਪ੍ਰੋਕਸ਼ਾਰਥਸਯ ਦਰਸ਼ਕਮ। ਇਹ ਗੁਰੂ ਦੀ ਸਮਰੱਥਾ ਹੈ ਕਿ ਆਪਣੇ ਸੇਵਕ ਦੇ ਹਰ ਇੱਕ ਸ਼ੰਕੇ ਦੀ ਨਿਵ੍ਰਿੱਤੀ ਕਰਾ ਕੇ, ਜੋ ਅਪਰੋਕਸ਼ ਚੀਜ਼ ਹੈ ਨਾ, ਪ੍ਰੋਕਸ਼ ਅੱਖੋਂ ਓਹਲੇ ਹੈ, ਜਿਸ ਨੂੰ ਜਗਿਆਸੂ ਦੇਖ ਨਹੀਂ ਸਕਦਾ, ਕਹਿੰਦੇ ਉਸ ਚੀਜ਼ ਨੂੰ ਦਰਸ਼ਕਮ ਗੁਰੂ ਸਾਹਮਣੇ ਰੱਖ ਦਿੰਦਾ। ਲੈ ਦੇਖ ਲੈ ਭਾਈ, ਆਹ ਅਸਲ ਵਿੱਚ ਹੈ। ਇਹ ਗੁਰੂ ਦੀ ਸਮਰੱਥਾ ਹੈ। ਇਹ ਹੁਣ ਖੇਡਾ ਸੋਈ ਨਹੀਂ ਚਾਹੁੰਦਾ ਹੈ ਕਿ ਸੱਚੇ ਪਾਤਸ਼ਾਹ ਜੀ, ਜਿਸ ਦੇਵੀ ਦੀ ਸਾਧਨਾ ਕਰਦੇ ਆ, ਲਗਭਗ ਸਾਰੀ ਜ਼ਿੰਦਗੀ ਲੰਘ ਚੱਲੀ ਹੈ, ਮਹਾਰਾਜ ਉਹਦੇ ਦਰਸ਼ਨ ਤਾਂ ਕਰਾਓ, ਕਿਰਪਾ ਕਰੋ, ਤਰਸ ਕਰੋ। ਮੈਂ ਉਹਦਾ ਸਰੂਪ ਦੇਖਣਾ ਚਾਹੁੰਦਾ ਹਾਂ ਕਿ ਉਹ ਸ਼ਾਂਤ ਹੋਈ ਹੈ
ਕਿ ਉਸੇ ਤਰ੍ਹਾਂ ਹੀ ਹੈ। ਮਿਟੇ ਨਾ ਬਿਨਾ ਭਗਵਤੀ ਹੇਰੇ। ਇਸ ਕਰਕੇ ਮਹਾਰਾਜ ਕਿਰਪਾ ਕਰੋ, ਮੈਨੂੰ ਇਹ ਅਨੁਭਵ ਹੋ ਰਿਹਾ ਕਿ ਜਿੰਨਾ ਚਿਰ ਮੈਂ ਭਗਵਤੀ ਨੂੰ, ਦੁਰਗਾ ਨੂੰ ਦੁਬਾਰਾ ਨਹੀਂ ਦੇਖਾਂਗਾ, ਉਹਦਾ ਸ਼ਾਂਤ ਸਰੂਪ, ਅਸਲੀ ਸਰੂਪ ਨਹੀਂ ਦੇਖ ਲਵਾਂਗਾ, ਮੇਰੇ ਅੰਦਰ ਨਿਸ਼ਚਾ ਨਹੀਂ ਆਏਗਾ। ਕਿਰਪਾ ਕਰਕੇ ਮੈਨੂੰ ਇਹ ਕੌਤਕ ਜ਼ਰੂਰ ਦਿਖਾਓ ਜੀ। ਤੁਮ ਸਮਰੱਥ ਸਭ ਰੀਤ ਮਹਾਨਾ। ਮੈਂ ਇਸ ਕਰਕੇ ਬੇਨਤੀ ਕਰ ਰਿਹਾ ਕਿਉਂਕਿ ਤੁਸੀਂ ਸਭ ਰੀਤ, ਸਭ ਤਰ੍ਹਾਂ ਕਰਕੇ ਸਮਰੱਥ ਹੋ। ਜੇ ਕੋਈ ਹੋਰ ਹੁੰਦਾ ਮਹਾਰਾਜ ਮੈਂ ਕਹਿਣਾ ਨਹੀਂ ਸੀ, ਕਿਉਂਕਿ ਮੈਨੂੰ ਕੀ ਪਤਾ ਸੀ ਕਿ ਇਹ ਦੇਵੀ ਦੇ ਦਰਸ਼ਨ ਕਰਾ ਸਕਦਾ ਹੈ ਕਿ ਨਹੀਂ। ਇਸ ਕਰਕੇ ਮੈਨੂੰ ਇਹ ਨਿਸ਼ਚਾ ਹੈ, ਔਰ ਦੇਵੀ ਨੇ ਆਪ ਕਿਹਾ ਕਿ ਗੁਰੂ ਅਮਰਦਾਸ ਜੀ ਕਲਯੁਗ ਦੇ ਉਧਾਰਕ ਹਨ, ਉਹਨਾਂ ਦੀ ਸ਼ਰਨ ਵਿੱਚ ਜਾ ਕੇ ਭਲਾ ਹੋਏਗਾ। ਇਸ ਕਰਕੇ ਮਹਾਰਾਜ ਮੈਨੂੰ ਨਿਸ਼ਚਾ ਹੈ ਕਿ ਤੁਸੀਂ ਮੈਨੂੰ ਦਰਸ਼ਨ ਕਰਵਾ ਸਕਦੇ ਹੋ। ਕਿਰਪਾ ਕਰੋ ਸੰਸੈ ਉਰਹਾਨਾ। ਇਸ ਕਰਕੇ ਮੇਰਾ ਸ਼ੰਕਾ ਦੂਰ ਕਰਵਾ ਦਿਓ। ਵੈਸੇ ਤਾਂ ਜਦੋਂ ਸਤਿਗੁਰੂ ਦੇ ਦਰਸ਼ਨ ਹੋ ਜਾਣ ਫਿਰ ਕਿਸੇ ਦੇਵੀ ਦੇਵਤੇ ਜਾਂ ਹੋਰ ਕਿਸੇ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਪਰ ਇਹ ਜਗਿਆਸੂ ਜਿਹੜਾ ਹੈ, ਇਹਦੀ ਆਪਣੀ ਕੁਝ ਇਸ ਤਰ੍ਹਾਂ ਦੀ ਅਵਸਥਾ ਹੈ, ਕਿਉਂਕਿ ਬੜੇ ਲੰਬੇ ਸਮੇਂ ਤੋਂ ਇਹ ਕਰਮ ਤੇ ਉਪਾਸਨਾ ਵਿੱਚ ਵਿਚਰ ਰਿਹਾ ਹੈ, ਤੇ ਹੁਣ ਇਹਨੂੰ ਇੰਨਾ ਤਾਂ ਨਿਸ਼ਚਾ ਹੋ ਗਿਆ ਹੈ ਕਿ ਮੈਂ ਸਮਰੱਥ ਗੁਰੂ ਦੀ ਸ਼ਰਨ ਵਿੱਚ ਆ ਗਿਆ, ਹੁਣ ਇੱਥੋਂ ਮੈਨੂੰ ਸਭ ਕੁਝ ਮਿਲ ਜਾਣਾ ਹੈ। ਪਰ ਮਨ ਵਿੱਚ ਇੱਕ ਤਮੰਨਾ ਹੈ ਕਿ ਜਿਸ ਦੀ ਸਾਧਨਾ ਕਰਦਾ ਰਿਹਾ ਉਹਨੂੰ ਤਾਂ ਦੇਖ ਲਵਾਂ ਕਿਹੋ ਜੀ ਹੈ। ਇਸ ਕਰਕੇ ਕਹਿਣ ਲੱਗਾ ਮਹਾਰਾਜ ਕਿਰਪਾ ਕਰੋ, ਮੈਂ ਦੁਰਗਾ ਦੇ ਵੀ ਦਰਸ਼ਨ ਕਰਨੇ, ਉਹ ਵੀ ਕਰਾ ਦਿਓ ਜੀ। ਸੁਨ ਸ਼੍ਰੀ ਸਤਿਗੁਰ ਬਿਕਸੇ ਭਾਖਿਓ। ਇਉਂ ਇਸ ਦੇ ਬਚਨ ਸੁਣ ਕੇ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋ ਗਏ। ਇਮ ਪੀ ਹੋਏ ਜਥਾ ਅਭਿਲਾਖਿਓ। ਮਹਾਰਾਜ ਕਹਿੰਦੇ ਠੀਕ ਹੈ ਭਾਈ, ਜੇ ਤੇਰੇ ਅੰਦਰ ਅਭਿਲਾਸ਼ਾ ਹੈ, ਜੇ ਤੇਰੇ ਅੰਦਰ ਇੱਛਾ ਹੈ, ਚਲੋ ਤੇਰੀ ਭਾਵਨਾ ਹੈ, ਜੇ ਤੂੰ ਚਾਹੁੰਦਾ ਹੈ ਤਾਂ ਉਸ ਦੇ ਵੀ ਦਰਸ਼ਨ ਹੋ ਜਾਣਗੇ। ਸ਼ਕਤ ਨਾਸ ਜੋ ਦੁਰਗਾ ਹਿਰੈ। ਪਰ ਮਹਾਰਾਜ ਕਹਿੰਦੇ ਭਾਈ, ਉਹ ਦੁਰਗਾ ਦਾ ਜਿਹੜਾ ਸਰੂਪ ਹੈ ਬੜਾ ਸ਼ਕਤੀਸ਼ਾਲੀ ਹੈ। ਹੋਏ ਬਿਦਤ ਠਹਿਰੈ ਨਾ ਅਗਿਰੈ। ਮਹਾਰਾਜ ਕਹਿੰਦੇ ਭਾਈ ਦੇਖ ਲੈ, ਉਹਦੇ ਅੱਗੇ ਤੂੰ ਖਲੋ ਸਕਦਾ ਹੈ, ਉਹਦੇ ਦਰਸ਼ਨ ਕਰ ਸਕਦਾ ਹੈ। ਇਸ ਗਤ ਕੋ ਉਰਲਿਹੋ ਵਿਚਾਰੀ। ਮਹਾਰਾਜ ਕਹਿੰਦੇ ਇਸ ਗੱਲ ਨੂੰ ਭਾਈ ਆਪਣੇ ਅੰਦਰ ਵਿਚਾਰ ਲੈ। ਸੁਨ ਖੇਡੇ ਪੁਨ ਗਿਰਾ ਉਚਾਰੀ। ਉਸ ਵੇਲੇ ਭਾਈ ਖੇਡਾ ਸੋਇਨੀ ਜੋ ਬ੍ਰਾਹਮਣ ਹੈ ਸਤਿਗੁਰਾਂ ਦੇ ਸਨਮੁਖ ਕਹਿਣ ਲੱਗਾ, ਕਰੁਣਾ ਕਰੋ ਦਿਖਾਵੋ ਮੋਹੀ। ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਤੁਸੀਂ ਦਇਆ ਕਰ ਦਿਓ, ਕਿਰਪਾ ਕਰ ਦਿਓ, ਮੈਨੂੰ ਦਰਸ਼ਨ ਕਰਵਾ ਦੇਵੋ। ਸਹੋ ਸਕਲ ਹੀ ਜਸ ਗਤ ਹੋਈ। ਕਹਿਣ ਲੱਗਾ ਮਹਾਰਾਜ ਫਿਰ ਜੋ ਹੋਏਗਾ ਦੇਖੀ ਜਾਓ, ਮੈਨੂੰ ਮਨਜ਼ੂਰ ਹੈ, ਬਸ ਤੁਸੀਂ ਮੈਨੂੰ ਦਰਸ਼ਨ ਕਰਾ ਦਿਓ। ਮੈਂ ਦੇਖਣਾ ਚਾਹੁੰਦਾ ਹਾਂ ਕਿ ਉਹ ਦੇਵੀ ਕਿਹੋ ਜਿਹੀ ਹੁੰਦੀ ਹੈ ਜਿਹਦੀ ਸਾਰੀ ਜ਼ਿੰਦਗੀ ਮੈਂ ਉਪਾਸਨਾ ਕਰਦਾ ਰਿਹਾ। ਸ਼੍ਰੀ ਪ੍ਰਭ ਬੱਲੂ ਸੰਗ ਬਖਾਨਾ। ਉਸ ਵੇਲੇ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਹਜ਼ੂਰੀ ਸੇਵਕ ਸਿੱਖ ਬ੍ਰਹਮ ਗਿਆਨੀ ਭਾਈ ਬੱਲੂ ਜੀ ਨੂੰ ਆਗਿਆ ਦਿੱਤੀ। ਇਸ ਕੋ ਗਹੋ ਪਾਨ ਮਹਿ ਪਾਨਾ। ਮਹਾਰਾਜ ਕਹਿਣ ਲੱਗੇ ਭਾਈ ਬੱਲੂ, ਇਸ ਬ੍ਰਾਹਮਣ ਦਾ ਹੱਥ ਪਕੜ ਤੇ ਇਸ ਨੂੰ ਲੈ ਜਾ। ਅਬ ਲੈ ਜਾਹੋ ਬੀਚ ਚੁਬਾਰੇ। ਮਹਾਰਾਜ ਕਹਿੰਦੇ ਇਸ ਨੂੰ ਚੁਬਾਰੇ ਵਿੱਚ ਲੈ ਜਾਵੋ। ਜਗ ਮਾਤਾ ਕੋ ਦਰਸ ਨਿਹਾਰੇ। ਮਹਾਰਾਜ ਕਹਿੰਦੇ ਉੱਥੇ ਚੁਬਾਰੇ 'ਚ ਲੈ ਜਾ, ਤੇ ਜਿਸ ਨੂੰ ਇਹ ਜਗਤ ਮਾਤਾ ਕਹਿੰਦਾ ਹੈ ਉਹਦੇ ਨੂੰ ਦਰਸ਼ਨ ਕਰਵਾ ਦੇ। ਸੁਨ ਆਗਿਆ ਬੱਲੂ ਗਹਿ ਕਰ ਕੋ। ਇਉਂ ਸਤਿਗੁਰਾਂ ਦੀ ਆਗਿਆ ਮੰਨ ਕੇ ਭਾਈ ਬੱਲੂ ਜੀ ਨੇ ਉਸ ਖੇਡੇ ਸੋਇਨੀ ਬ੍ਰਾਹਮਣ ਦਾ ਹੱਥ ਪਕੜ ਲਿਆ। ਅੰਤਰ ਜਾਏ ਦਿਖਾਏ ਹੋ ਕਰ ਕੋ। ਸਾਧ ਸੰਗਤ ਜੀ ਫਿਰ ਉਸ ਚੁਬਾਰੇ ਦੇ ਅੰਦਰ ਲੈ ਗਏ। ਦੇਖਿਓ ਦਿਪਤ ਤੇਜ ਰਵ ਜੈਸਾ। ਕਹਿੰਦੇ ਉਸ ਵੇਲੇ ਬੜਾ ਪ੍ਰਕਾਸ਼ ਉਸਨੇ ਦੇਖਿਆ ਹੈ। ਸਾਧ ਸੰਗਤ ਜੀ ਦੇਖੋ ਸਮਰੱਥ ਸਤਿਗੁਰੂ ਦੀ ਕਿਤਨੀ ਸਮਰੱਥਾ ਹੈ, ਔਰ ਐਸੇ ਸਮਰੱਥ ਸਤਿਗੁਰੂ ਦੇ ਅੱਗੇ ਇਹਨਾਂ ਦੇਵਤਿਆਂ ਦੀ, ਦੇਵੀਆਂ ਦੀ ਕੀ ਹਸਤੀ, ਕੀ ਪਾਇਆ ਹੈ, ਉਹ ਵੀ ਸਾਨੂੰ ਭਾਈ ਸੰਤੋਖ ਸਿੰਘ ਸਾਹਿਬ ਨੇ ਬੜੇ ਵਿਸਥਾਰ ਨਾਲ ਤੇ ਬੜੀ ਡੂੰਘਾਈ ਨਾਲ ਦੱਸ ਦਿੱਤੀ ਹੈ। ਸੋ ਇਸ ਕਰਕੇ ਕੁਝ ਲੋਕ ਇਸ ਤਰ੍ਹਾਂ ਦਾ ਪ੍ਰਚਾਰ ਕਰਦੇ ਨੇ ਕਿ ਦੇਖੋ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਅੰਦਰ ਭਾਈ ਸੰਤੋਖ ਸਿੰਘ ਸਾਹਿਬ ਨੇ ਸਤਿਗੁਰਾਂ ਨੂੰ ਦੇਵੀ ਦੇ ਉਪਾਸ਼ਕ ਦੱਸਿਆ ਹੈ। ਜੇ ਕਿਤੇ ਐਸਾ ਪ੍ਰਸੰਗ ਸਾਨੂੰ ਦੇਖਣ ਸੁਣਨ ਨੂੰ ਮਿਲਦਾ ਹੈ, ਉਹਦੇ ਵਿੱਚ ਅਸਲੀ ਗਿਆਨ ਤੇ ਅਸਲੀ ਨੁਕਤਾ ਕੀ ਹੈ, ਅਸਲੀ ਰਮਜ਼ ਕੀ ਹੈ, ਉਹ ਵੀ ਸਾਨੂੰ ਵਿਦਵਾਨ ਤੇ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਜਦੋਂ ਬੈਠਾਂਗੇ ਪੜਾਂਗੇ ਫਿਰ ਉਹ ਸਾਰੀ ਗੱਲ ਸਮਝ ਆਉਂਦੀ ਹੈ। ਤੇ ਜੇ ਘਰ ਬੈਠ ਕੇ ਇੰਟਰਨੈਟ ਤੋਂ ਕਥਾਵਾਚਕ ਗਿਆਨੀ ਬਣ ਗਏ
ਫਿਰ ਸਾਧ ਸੰਗਤ ਜੀ ਅਸੀਂ ਵੀ ਭਟਕਾਂਗੇ ਤੇ ਜਿਨ੍ਹਾਂ ਨੂੰ ਕਥਾ ਸੁਣਾਵਾਂਗੇ ਉਹ ਵੀ ਭਟਕਦੇ ਰਹਿਣਗੇ। ਸੋ ਇਸ ਕਰਕੇ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਜੋ ਹੈ ਨਾ, ਇਹ ਬਹੁਤ ਵੱਡਾ ਖਜ਼ਾਨਾ ਹੈ। ਇੱਕ ਬਹੁਤ ਵੱਡੇ ਵਿਦਵਾਨ ਮਹਾਂਪੁਰਖਾਂ ਕੋਲੋਂ ਮੈਂ ਸੁਣਿਆ, ਉਹ ਕਹਿੰਦੇ ਗਿਆਨੀ ਜੀ ਜਿੰਨੀ ਵਾਰ ਇਸ ਦੀ ਕਥਾ ਕਰਦੇ ਹਨ, ਸਾਰੇ ਸ਼ਬਦਾਂ ਦੇ ਜਿਹੜੇ ਅਰਥ ਨੇ ਉਹ ਹਰ ਵਾਰੀ ਨਵੇਂ ਹੀ ਅਰਥ ਮਨ ਵਿੱਚ ਫੁਰਦੇ ਨੇ। ਪਹਿਲੇ ਅਰਥ ਭੁੱਲ ਜਾਂਦੇ, ਨਵੇਂ ਹੀ ਅਰਥ ਆ ਜਾਂਦੇ ਨੇ। ਹਰ ਵਾਰੀ ਨਵੇਂ ਅਰਥ, ਹਰ ਵਾਰੀ ਨਵੀਂ ਵਿਆਖਿਆ। ਇਤਨੀ ਡੂੰਘੀ ਰਮਜ਼ ਹੈ, ਇਤਨਾ ਡੂੰਘਾ ਗਿਆਨ ਹੈ ਇਸ ਕਥਾ ਦੇ ਵਿੱਚ। ਸੋ ਇਸ ਕਰਕੇ ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੈਂ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਨੂੰ ਸਮਝ ਲਿਆ, ਹੁਣ ਮੈਂ ਇਹਨੂੰ ਜਾਣ ਲਿਆ ਕੀ ਹੈ। ਨਹੀਂ ਸਾਧ ਸੰਗਤ ਜੀ, ਭਾਈ ਸੰਤੋਖ ਸਿੰਘ ਸਾਹਿਬ ਦਾ ਜੀਵਨ ਪੜ੍ਹੋ, ਉਹਨਾਂ ਦੀ ਵਿੱਦਿਆ ਇਹ ਤਾਂ ਇੱਕ ਪਾਸੇ, ਉਹਨਾਂ ਦੀ ਸਾਧਨਾ, ਉਹਨਾਂ ਦੀ ਬੰਦਗੀ ਔਰ ਉਹਨਾਂ ਦਾ ਕਲਗੀਧਰ ਮਹਾਰਾਜ ਜੀ ਤੇ ਜੋ ਨਿਸ਼ਚਾ ਹੈ, ਉਹਨਾਂ ਦੇ ਜੀਵਨ ਵਿੱਚੋਂ ਪਤਾ ਲੱਗੇਗਾ ਕਿ ਇਹ ਕਥਾ ਜਿਹੜੀ ਹੈ ਇਹ ਉਹਨਾਂ ਦੀ ਬੁੱਧੀ ਦਾ ਕਮਾਲ ਨਹੀਂ ਹੈ, ਇਹ ਕਲਗੀਧਰ ਮਹਾਰਾਜ ਜੀ ਦੀ ਬਖਸ਼ਿਸ਼ ਹੈ ਜੋ ਉਹਨਾਂ ਰਾਹੀਂ ਮਹਾਰਾਜ ਜੀ ਨੇ ਸਾਡੇ ਤੇ ਕੀਤੀ ਹੈ। ਸੋ ਇਤਨਾ ਡੂੰਘਾ ਗਿਆਨ, ਇਤਨੀ ਮਹਾਨ ਇੱਕ ਕਥਾ ਹੈ ਔਰ ਸਿੱਖ ਪੰਥ ਦਾ ਬਹੁਤ ਹੀ ਮਹੱਤਵਪੂਰਨ ਬੜਾ ਪ੍ਰਮਾਣਿਕ ਗ੍ਰੰਥ ਹੈ। ਜੇ ਕਿਤੇ ਸਾਨੂੰ ਭੁਲੇਖਾ ਲੱਗੇ ਤਾਂ ਸਾਡੇ ਪਾਸ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਅੰਮ੍ਰਿਤ ਬਾਣੀ ਦਾ ਸਿਧਾਂਤ ਹੈ, ਅਸੀਂ ਸਮਝ ਸਕਦੇ ਹਾਂ। ਜਿੱਥੇ ਕਿਤੇ ਕੋਈ ਭੁਲੇਖੇ ਵਾਲੀ ਗੱਲ ਹੈ, ਉਹਦਾ ਨਿਰਣਾ ਵੀ ਪੰਥ ਦੇ ਮਹਾਨ ਵਿਦਵਾਨ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਨੇ ਤੇ ਉਹਨਾਂ ਦੇ ਪਿਤਾ ਭਾਈ ਚਰਨ ਸਿੰਘ ਸਾਹਿਬ ਜੀ ਨੇ ਕੀਤਾ ਹੋਇਆ, ਸਾਰੀ ਵਿਆਖਿਆ ਉਹਨਾਂ ਕੀਤੀ ਹੋਈ ਹੈ। ਸੋ ਸਾਧ ਸੰਗਤ ਜੀ, ਹੁਣ ਇੱਥੇ ਆਪਾਂ ਇਹ ਕਥਾ ਸੁਣ ਰਹੇ ਹਾਂ ਤਾਂ ਭਾਈ ਸੰਤੋਖ ਸਿੰਘ ਸਾਹਿਬ ਦੱਸ ਰਹੇ ਨੇ ਕਿ ਜਦੋਂ ਇਸ ਬ੍ਰਾਹਮਣ ਨੇ ਕਿਹਾ ਨਾ ਸੱਚੇ ਪਾਤਸ਼ਾਹ ਜੀ ਮੈਂ ਦੁਰਗਾ ਦੇਖਣੀ ਕਿਹੋ ਜੀ ਹੁੰਦੀ ਹੈ, ਤੇ ਹੁਣ ਸਤਿਗੁਰੂ ਜੀ ਨੇ ਕੀ ਕਿਹਾ ਕਿ ਭਾਈ ਉਹਦੀ ਉਪਾਸਨਾ ਕਰੋ ਜਾਂ ਉਹਦੀ ਸਾਧਨਾ ਕਰੋ, ਅਸੀਂ ਕਿਵੇਂ ਦਿਖਾ ਸਕਦੇ ਹਾਂ, ਤਾਂ ਬੜੀ ਮਹਾਨ ਹੈ। ਮਹਾਰਾਜ ਕਹਿੰਦੇ ਠੀਕ ਹੈ ਭਾਈ, ਜੇ ਦੇਖਣੀ ਹੈ ਤੇ ਦਿਖਾ ਦਿੰਦੇ ਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਨਹੀਂ ਗਏ, ਮਹਾਰਾਜ ਕਹਿੰਦੇ ਭਾਈ ਬੱਲੂ ਇਹਨੂੰ ਦਿਖਾ ਦੇ। ਸੋ ਦੇਖੋ, ਜਿਵੇਂ ਕੋਈ ਕਿਸੇ ਵੱਡੇ ਅਫਸਰ ਦੇ ਪਾਸ ਕੋਈ ਵਿਅਕਤੀ ਆ ਜਾਏ, ਕਹੇ ਜੀ ਮੈਂ ਫਲਾਣੇ ਨੂੰ ਮਿਲਣਾ ਹੈ, ਤੇ ਉਹ ਅਫਸਰ ਆਪ ਨਹੀਂ ਜਾਂਦਾ, ਉਹ ਕਹਿੰਦਾ ਚਲੋ ਭਾਈ ਇਹਨੂੰ ਮਿਲਾ ਦਿਓ, ਉੱਥੇ ਬੈਠਾ ਹੈ। ਸੋ ਉਹਦੇ ਵਾਸਤੇ ਉਹ ਆਮ ਜੀ ਗੱਲ ਹੁੰਦੀ ਹੈ। ਇਉਂ ਇਹ ਵੱਡੇ ਵੱਡੇ ਸਾਧਕ, ਵੱਡੇ ਵੱਡੇ ਸਿੱਧ, ਵੱਡੇ ਵੱਡੇ ਦੇਵਤੇ ਗੁਰੂ ਵਾਸਤੇ ਤਾਂ ਆਮ ਨੇ, ਨੋਰਮਲ ਨੇ, ਕਿਉਂਕਿ ਗੁਰੂ ਇਹਨਾਂ ਸਾਰਿਆਂ ਦਾ ਕਰਤਾ ਹੈ, ਸਮਰੱਥ ਹੈ। ਇਸ ਕਰਕੇ ਅੰਮ੍ਰਿਤ ਬਾਣੀ ਦਾ ਬਚਨ ਹੈ, ਕਹਿੰਦੇ ਕੋਟ ਬ੍ਰਹਮੇ ਜਗ ਸਾਜਣ ਲਾਏ, ਬ੍ਰਹਮੇ ਨੀ ਜਾਣੈ ਵੇਦ, ਮਹਿਮਾ ਨਾ ਜਾਣੇ ਵੇਦ, ਬ੍ਰਹਮੇ ਨੀ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ, ਪਾਰ ਬ੍ਰਹਮ ਪਰਮੇਸ਼ਵਰ ਬੇਅੰਤ। ਤੇ ਗੁਰੂ ਪਰਮੇਸ਼ਰ ਇੱਕ ਹੈ। ਸੋ ਇਸ ਕਰਕੇ ਗੁਰੂ ਦੀ ਸਮਰੱਥਾ, ਗੁਰੂ ਦਾ ਸਰੂਪ ਬਹੁਤ ਮਹਾਨ ਹੈ। ਹੁਣ ਸੱਚੇ ਪਾਤਸ਼ਾਹ ਕਹਿੰਦੇ ਭਾਈ ਬੱਲੂ ਇਹਨੂੰ ਦੇਵੀ ਦਿਖਾ ਦਿਓ, ਤੇ ਭਾਈ ਬੱਲੂ ਜੀ ਕਹਿੰਦੇ ਮਹਾਰਾਜ ਸਤ ਬਚਨ, ਕਹਿੰਦੇ ਜਦੋਂ ਉਸ ਚੁਬਾਰੇ ਵਿੱਚ ਲੈ ਗਏ, ਉਸ ਬ੍ਰਾਹਮਣ ਨੇ ਰੱਬ ਕੀ ਨਿਆਈ, ਰੱਬ ਕਹਿੰਦੇ ਸੂਰਜ, ਸੂਰਜ ਵਰਗੀ ਇੱਕ ਤੇਜ ਰੌਸ਼ਨੀ ਕਹਿੰਦੇ ਦੇਖੀ ਹੈ। ਅਸਤਰ ਸ਼ਸਤਰ ਤੇ ਸ਼ੁਭਤ ਵਿਸ਼ੇਸ਼ਾ, ਅਸਤਰ ਸ਼ਸਤਰਾਂ ਦੀ ਥੋੜੀ ਜੀ ਝਲਕ ਇਸ ਨੂੰ ਦਿਸੀ ਹੈ, ਪਰ ਕਹਿੰਦੇ ਇੱਕ ਬਹੁਤ ਪ੍ਰਕਾਸ਼ ਤੇਜ ਰੌਸ਼ਨੀ ਇਸ ਨੂੰ ਉੱਥੇ ਅੱਖਾਂ ਵਿੱਚ ਪਈ ਹੈ। ਅਸ਼ਟਭੁਜੀ ਜਬ ਦੇਖਨ ਕਰੀ, ਇਉਂ ਕਹਿੰਦੇ ਜਦੋਂ ਅਸ਼ਟਭੁਜੀ ਦੁਰਗਾ 8 ਬਾਹਾਂ ਵਾਲੀ ਇਸ ਨੇ ਦੇਖੀ ਹੈ। ਦਿਜਬਰ ਨੇ ਸੁਧ ਬੁੱਧ ਸਭ ਹਰੀ, ਦਿਜਬਰ ਜਿਹੜਾ ਬ੍ਰਾਹਮਣ ਹੈ ਕਹਿੰਦੇ ਬੇਹੋਸ਼ ਹੋ ਕੇ ਡਿੱਗ ਪਿਆ ਹੈ। ਇਸ ਤਰ੍ਹਾਂ ਦੇ ਵਾਕਿਆਤ ਸਾਨੂੰ ਹੋਰ ਧਰਮ ਗ੍ਰੰਥਾਂ ਵਿੱਚੋਂ ਵੀ ਮਿਲਦੇ ਨੇ। ਜਿਸ ਤਰ੍ਹਾਂ ਸਾਧ ਸੰਗਤ ਜੀ ਸਾਨੂੰ ਜੋ 4 ਕਤੇਬ ਨੇ ਉਹਨਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਜ਼ਿਕਰ ਮਿਲਦਾ ਹੈ, ਜਿਵੇਂ ਤੌਰੇਤ, ਜ਼ੰਬੂਰ, ਅੰਜੀਲ ਤੇ ਕੁਰਾਨ, ਇਹਨਾਂ ਨੂੰ ਕਤੇਬ ਕਹਿੰਦੇ ਨੇ। ਇੱਕ ਵਾਰ ਮੂਸੇ ਪੈਗੰਬਰ ਨੇ ਜ਼ਿੱਦ ਕੀਤੀ, ਅੱਲਾ ਮੈਂ ਤੇਰਾ ਦਰਸ਼ਨ ਕਰਨਾ ਹੈ। ਆਕਾਸ਼ ਬਾਣੀ ਹੋਈ ਕੋਈ ਗੱਲ ਨਹੀਂ, ਤੂੰ ਦਰਸ਼ਨਾਂ ਤੋਂ ਬਿਨਾਂ ਹੀ ਤੇਰੇ ਤੇ ਬੜੀ ਬਖਸ਼ਿਸ਼ ਹੈ, ਤੂੰ ਜ਼ਿੱਦ ਨਾ ਕਰ। ਕਹਿੰਦੇ ਨਹੀਂ, ਮੈਂ ਤਾਂ ਦਰਸ਼ਨ ਜ਼ਰੂਰ ਕਰਨੇ ਨੇ। ਕਹਿੰਦੇ ਫਿਰ ਇੱਕ ਖਾਸ ਪਹਾੜ ਤੇ ਮੂਸਾ ਪੈਗੰਬਰ ਜਦੋਂ ਗਿਆ, ਜਾ ਕੇ ਦੁਆ ਕੀਤੀ, ਆਊਜ਼ੁ ਬਿੱਲਾਹਿ ਮਿਨਸ਼ ਸ਼ੈਤਾਨਿਰ ਰਜੀਮ। ਕਹਿੰਦੇ ਇੱਕ ਤੇਜ਼ ਰੌਸ਼ਨੀ ਅੱਖਾਂ ਵਿੱਚ ਪਈ, ਮੂਸਾ ਪੈਗੰਬਰ ਬੇਹੋਸ਼ ਹੋ ਕੇ ਡਿੱਗ ਪਿਆ। ਉਹਦੇ ਚੇਲਿਆਂ ਨੇ ਚੁੱਕਿਆ, ਕਈ ਦਿਨ ਮਾਲਿਸ਼ ਕੀਤੀ, ਫਿਰ ਜਾ ਕੇ ਹੋਸ਼ ਆਇਆ।
ਹਾਲਾਂਕਿ ਅੱਲਾ ਦੇ ਦਰਸ਼ਨ ਨਹੀਂ ਸੀ ਹੋਏ, ਇੱਕ ਝਲਕੀ ਦੇਖੀ ਸੀ। ਸੋ ਇਸ ਕਰਕੇ ਇਹ ਗੈਬੀ ਸ਼ਕਤੀਆਂ ਇਹਨਾਂ ਸਾਧਕਾਂ ਦੇ ਰਸਤੇ ਵਿੱਚ ਆਉਂਦੀਆਂ ਨੇ। ਸੋ ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਠੀਕ ਹੈ ਭਾਈ, ਇੱਕ ਗੈਬੀ ਸ਼ਕਤੀ ਦੇਖਣੀ ਹੈ, ਤੈਨੂੰ ਦਿਖਾ ਦਿੰਦੇ ਆ। ਤੋ ਇਹਦੇ ਮਨ ਵਿੱਚ ਹੈ ਕਿ ਮੈਂ ਅਸ਼ਟਭੁਜੀ ਦੇ ਦਰਸ਼ਨ ਕਰਨੇ ਨੇ, 8 ਬਾਹਾਂ, ਜਿਹੋ ਜੀ ਮੇਰੇ ਮਨ ਅੰਦਰ ਤਸਵੀਰ ਹੈ। ਸੋ ਮਹਾਰਾਜ ਕਹਿੰਦੇ ਭਾਈ ਠੀਕ ਹੈ। ਸੋ ਕਿਰਪਾ ਕਰ ਦਿੱਤੀ ਤੇ ਭਾਈ ਬੱਲੂ ਨੇ, ਗੁਰੂ ਘਰ ਦੇ ਸੇਵਕ ਨੇ, ਦੇਵੀ ਦੇ ਝਾਟੀ ਦਰਸ਼ਨ ਕਰਵਾ ਦਿੱਤੇ। ਵਿਆਕੁਲ ਹੋਏ ਤਰਨ ਗਿਰ ਪਰਿਓ। ਕਹਿੰਦੇ ਬੜਾ ਵਿਆਕੁਲ ਜਿਹਾ ਹੋ ਕੇ ਪਰੇਸ਼ਾਨ ਹੋਇਆ, ਉਸ ਪ੍ਰਕਾਸ਼ ਨੂੰ, ਰੌਸ਼ਨੀ ਨੂੰ ਝੱਲ ਨਾ ਸਕਿਆ, ਬੇਹੋਸ਼ ਹੋ ਕੇ ਡਿੱਗ ਪਿਆ। ਮੁਰਸ਼ਤ ਪਰਿਓ ਪ੍ਰਾਨ ਜਨ ਹਰਿਓ। ਕਹਿੰਦੇ ਮੁਰਸ਼ਤ ਹੋ ਗਿਆ, ਬੇਹੋਸ਼ ਹੋ ਗਿਆ, ਸ਼ੁੱਧ ਬੁੱਧ ਭੁੱਲ ਗਈ। ਇਉਂ ਸਰੀਰ ਕਹਿੰਦੇ ਸ਼ਿਥਿਲ ਹੋ ਗਿਆ, ਜਿਵੇਂ ਸਰੀਰ ਵਿੱਚ ਸਵਾਸ ਹੀ ਨਾ ਹੋਣ। ਬੱਲੂ ਨੇ ਸੁਧ ਸਰਬ ਸੁਨਾਈ। ਇਉਂ ਕਹਿੰਦੇ ਫਿਰ ਭਾਈ ਬੱਲੂ ਜੀ ਆਏ, ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀਓ, ਆਪ ਜੀ ਨੇ ਕਿਹਾ ਸੀ ਨਾ, ਪਰ ਬ੍ਰਾਹਮਣ ਨੇ, ਪੰਡਤ ਜੀ ਨੇ ਜ਼ਿੱਦ ਕੀਤੀ, ਸੱਚੇ ਪਾਤਸ਼ਾਹ ਜੀ ਉਸ ਰੌਸ਼ਨੀ ਜਾਂ ਉਸ ਗੈਬੀ ਸ਼ਕਤੀ ਦਾ ਜਿਹੜਾ ਬਲ ਹੈ, ਪ੍ਰਭਾਵ ਹੈ, ਸਹਾਰ ਨਹੀਂ ਸਕਿਆ ਤੇ ਬੇਸੁੱਧ ਹੋ ਕੇ ਡਿੱਗ ਪਿਆ ਹੈ। ਗੁਰੂ ਕਹਿਓ ਲੈ ਆਓ ਉਠਾਈ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਭਾਈ ਬੱਲੂ ਜੀ, ਉਹਦੀ ਭਾਵਨਾ ਸੀ ਨਾ, ਹੁਣ ਉਹਨੂੰ ਕਿਸੇ ਟਿਕਾਣੇ ਤੇ ਤਾਂ ਪਹੁੰਚਾਉਣਾ ਸੀ ਨਾ, ਉਹ ਅਟਕਿਆ ਹੋਇਆ ਸੀ। ਜਿਹੋ ਜੀ ਉਹਦੀ ਭਾਵਨਾ ਸੀ ਉਹਨੂੰ ਦਿਖਾ ਦਿੱਤਾ ਹੈ। ਸੋ ਜਿਹੜਾ ਪ੍ਰਕਾਸ਼ ਦਿਖਾਇਆ, ਰੌਸ਼ਨੀ ਦਿਖਾਈ ਹੈ, ਇਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੀ ਸਰੂਪ ਹੈ। ਬਸ ਜਗਿਆਸੂ ਨੂੰ ਅੱਗੇ ਲਿਜਾਣਾ ਹੈ, ਜਿਹੋ ਜੀ ਉਹਦੀ ਭਾਵਨਾ, ਜਿਹੋ ਜੀ ਅਵਸਥਾ ਹੈ। ਜਿਸ ਤਰ੍ਹਾਂ ਪਹਿਲਾਂ ਵੀ ਸਾਧ ਸੰਗਤ ਜੀ, ਇੱਕ ਬ੍ਰਾਹਮਣ ਸਤਿਗੁਰਾਂ ਦੇ ਦਰਬਾਰ ਵਿੱਚ ਆਇਆ ਸੀ, ਉਹ ਕਹਿੰਦਾ ਮਹਾਰਾਜ ਮੈਂ ਵਿਸ਼ਨੂੰ ਜੀ ਦੇ ਦਰਸ਼ਨ ਕਰਨੇ, ਮੈਂ ਉਹਨਾਂ ਦਾ ਉਪਾਸ਼ਕ ਹਾਂ ਤੇ ਮੇਰੀ ਮਨ ਦੀ ਭਾਵਨਾ ਹੈ ਕਿ ਮੈਂ ਤੁਹਾਡੇ ਵਿੱਚੋਂ ਉਹਨਾਂ ਦੇ ਦਰਸ਼ਨ ਕਰਾਂ, ਤੇ ਸਤਿਗੁਰਾਂ ਨੇ ਆਪਣੇ ਵਿੱਚੋਂ ਦਰਸ਼ਨ ਕਰਾ ਦਿੱਤੇ ਸਨ। ਸੋ ਜਿਹੋ ਜੀ ਕਿਸੇ ਦੀ ਭਾਵਨਾ ਹੈ, ਕਿਸੇ ਦੀ ਸਾਧਨਾ ਹੈ, ਸਤਿਗੁਰੂ ਜੀ ਉਸ ਤੇ ਜਦੋਂ ਕਿਰਪਾ ਕਰਦੇ ਨੇ, ਉਹਨੂੰ ਫਿਰ ਇੱਕ ਕੌਤਕ ਵਰਤਾ ਕੇ ਉਸ ਨੂੰ ਅੱਗੇ ਲੈ ਜਾਂਦੇ ਨੇ। ਭਾਈ ਅੱਗੇ ਚੱਲ, ਅੱਗੇ ਬਹੁਤ ਕੁਝ ਹੈ, ਰੱਬ ਤੱਕ ਪਹੁੰਚਣਾ ਹੈ। ਸੋ ਇਸ ਕਰਕੇ ਹੁਣ ਇਹਦੀ ਭਾਵਨਾ ਸੀ ਕਿ ਮੈਂ ਅਸ਼ਟਭੁਜੀ ਦੇਖਣੀ। ਮਹਾਰਾਜ ਜੀ ਨੇ ਉਹੋ ਜਿਹਾ ਸਰੂਪ ਦਿਖਾ ਦਿੱਤਾ, ਬੇਹੋਸ਼ ਹੋ ਕੇ ਡਿੱਗ ਪਿਆ। ਮਹਾਰਾਜ ਕਹਿੰਦੇ ਭਾਈ ਬੱਲੂ ਉਸੇ ਤਰ੍ਹਾਂ ਚੁੱਕ ਕੇ ਲੈ ਆਵੋ। ਤਿੰਨ ਬਲ ਕਰਕੇ ਤਾਹੇ ਉਠਾਵਾ। ਫਿਰ ਬੜੇ ਬਲ ਨਾਲ ਭਾਈ ਬੱਲੂ ਜੀ ਨੇ ਆਪਣੇ ਕਲਾਵੇ ਵਿੱਚ ਉਸ ਨੂੰ ਉਠਾਇਆ ਤੇ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਚਰਨਾਂ 'ਚ ਲੈ ਆਂਦਾ। ਆਨ ਪ੍ਰਭੂ ਕੇ ਪਾਇਨ ਪਾਵਾ। ਪ੍ਰਭੂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਚਰਨਾਂ ਵਿੱਚ ਲਿਟਾ ਦਿੱਤਾ। ਇੱਕ ਸ਼੍ਰੀ ਅਮਰਦਾਸ ਤਿਸ ਕਾਲਾ। ਉਸ ਸਮੇਂ ਜਦੋਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਉਸ ਨੂੰ ਦੇਖਿਆ ਹੈ। ਗਹਿ ਕੇ ਚਿਬੁਕ ਉਠਾਏ ਬਿਠਾਲਾ। ਚਿਬੁਕ ਬ੍ਰਿਜ ਭਾਸ਼ਾ ਦਾ ਲਫ਼ਜ਼ ਹੈ, ਠੋਡੀ। ਠੋਡੀ ਨੂੰ ਕਹਿੰਦੇ ਚਿਬੁਕ। ਮਹਾਰਾਜ ਜੀ ਨੇ ਠੋਡੀ ਨੂੰ ਹੱਥ ਲਾਇਆ, ਬੜੇ ਪ੍ਰੇਮ ਨਾਲ ਉਸ ਨੂੰ ਉਠਾਉਣ ਦਾ ਯਤਨ ਕੀਤਾ। ਮਨਹੋ ਮਿਰਤਕ ਪਾਪ ਉਨੇ ਜਿਵਾਇਓ। ਕਹਿੰਦੇ ਜਦੋਂ ਮਹਾਰਾਜ ਜੀ ਨੇ ਆਪਣੇ ਮੁਬਾਰਕ ਹੱਥ ਉਸ ਦੀ ਠੋਡੀ ਨੂੰ ਸਪਰਸ਼ ਕੀਤੇ ਤੇ ਕਿਹਾ ਕਿ ਦਿਜਬਰ ਜੀ ਉਠੋ, ਇਹ ਬਚਨ ਹੁੰਦਿਆਂ ਸਾਰੀ ਕਹਿੰਦੇ ਪੰਡਤ ਨੂੰ ਹੋਸ਼ ਆਉਣੀ ਸ਼ੁਰੂ ਹੋ ਗਈ। ਖੁੱਲੇ ਨੇਤਰ ਗੁਰ ਦਰਸ਼ਨ ਪਾਇਓ। ਉਸ ਵੇਲੇ ਜ਼ਮੀਨ ਤੇ ਲੇਟਿਆ ਹੋਇਆ ਇਸਨੇ ਨੇਤਰ ਖੋਲੇ ਤੇ ਸਾਹਮਣੇ ਅਕਾਲ ਪੁਰਖ ਵਾਹਿਗੁਰੂ ਦਾ ਸਾਖਸ਼ਾਤ ਸਰੂਪ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨ ਕੀਤੇ। ਦੇਖ ਪ੍ਰਭਾਵ ਚਕਿਤ ਚਿਤ ਰਹਿਓ। ਉਸ ਵੇਲੇ ਸਤਿਗੁਰਾਂ ਦਾ ਪ੍ਰਭਾਵ ਦੇਖ ਕੇ ਚਕਿਤ ਹੋ ਗਿਆ, ਮਨ ਵਿੱਚ ਬੜਾ ਹੈਰਾਨ ਹੋਇਆ। ਕਰ ਜੋਰਤ ਗੁਰ ਸੋ ਬਚ ਕਹਿਓ। ਕਰ ਮੈਂ ਨਾ ਹੱਥ, ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਸਨਮੁਖ ਬੇਨਤੀ ਕਰਦਾ ਹੈ। ਦੇਹੋ ਸ਼ਰਨ ਕਰਿਐ ਨਿਜ ਦਾਸ। ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਮੈਂ ਭੁੱਲ ਗਿਆ ਸੀ, ਤੁਹਾਡੇ ਦਰਸ਼ਨਾਂ ਦੇ ਤੁਲ ਦੁਨੀਆ ਵਿੱਚ ਹੋਰ ਕੋਈ ਦੇਵਤਾ ਨਹੀਂ ਹੈ। ਤੁਹਾਡੇ ਦਰਸ਼ਨਾਂ ਦੀ ਤਾਬ, ਤੁਹਾਡੇ ਦਰਸ਼ਨਾਂ ਦੀ ਨੁਹਾਰ, ਤੁਹਾਡੇ ਦਰਸ਼ਨਾਂ ਦੀ ਬਖਸ਼ਿਸ਼, ਦਰਸ਼ਨ ਕਰਕੇ ਜੋ ਮਨ ਨੂੰ ਸਕੂਨ ਮਿਲ ਰਿਹਾ ਹੈ, ਜੋ ਮਨ ਨੂੰ ਪ੍ਰਸੰਨਤਾ ਮਿਲ ਰਹੀ ਹੈ, ਮਹਾਰਾਜ ਜੀ ਕਿਸੇ ਦੇਵੀ ਦੇਵਤੇ ਦੇ ਦਰਸ਼ਨਾਂ ਵਿੱਚ ਨਹੀਂ ਹੈ। ਹੁਣ ਮਨ ਟਿਕਾਣੇ ਆ ਗਿਆ ਹੈ, ਸਤਿਗੁਰਾਂ ਦੀ ਬਖਸ਼ਿਸ਼ ਹੋ ਗਈ ਹੈ। ਸੋ ਇਉਂ ਬੇਨਤੀਆਂ ਕਰਦਾ ਹੈ। ਬਨੋ ਕਿਰਤਾਰਥ ਪੂਰੋ ਆਸ। ਸੱਚੇ ਪਾਤਸ਼ਾਹ ਜੀ ਹੁਣ ਕਿਰਪਾ ਕਰੋ, ਮੈਨੂੰ ਕਿਰਤਾਰਥ ਕਰ ਦਿਓ, ਮੈਨੂੰ ਕ੍ਰਿਤੱਗ ਕਰ ਦਿਓ, ਮੈਨੂੰ ਸਫਲ ਕਰ ਦਿਓ। ਮੈਂ ਤਾਂ
ਦੇਵੀ ਦਾ ਹੀ ਦਾਸ ਬਣਿਆ ਰਿਹਾ। ਬਿਕਸੇ ਸਤਿਗੁਰ ਬਹੁਰ ਉਚਾਰਾ। ਉਸ ਵੇਲੇ ਇਸ ਦੇ ਮਨ ਦੀ ਇਸ ਭਾਵਨਾ ਨੂੰ ਸੁਣ ਕੇ ਹਜ਼ੂਰ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ। ਸੁਨ ਖੇਡਾ ਤੂੰ ਦਾਸ ਹਮਾਰਾ। ਆਪਣੇ ਸ਼੍ਰੀ ਮੁਖ ਤੋਂ ਸਤਿਗੁਰਾਂ ਨੇ ਕਿਹਾ, ਭਾਈ ਖੇਡੇ ਤੂੰ ਹੁਣ ਸਾਡਾ ਦਾਸ ਬਣ ਗਿਆ ਹੈ। ਕਰਹੋ ਸਦਾ ਦੇਵੀ ਕੀ ਸੇਵਾ। ਮਹਾਰਾਜ ਕਹਿੰਦੇ ਤੂੰ ਸਦਾ ਹੀ ਦੇਵੀ ਦੀ ਸੇਵਾ ਕਰਦਾ ਰਿਹਾ ਹੈ, ਦੇਵੀ ਦੀ ਉਪਾਸਨਾ, ਦੇਵੀ ਦੀ ਉਸਤਤ ਕਰਦਾ ਰਿਹਾ ਹੈ। ਜਪ ਸਤਨਾਮ ਮੰਤਰ ਗੁਰਦੇਵਾ। ਮਹਾਰਾਜ ਕਹਿੰਦੇ ਭਾਈ ਹੁਣ ਇਸ ਕੰਮ ਨੂੰ ਛੱਡ ਦੇ। ਦੇਵੀ ਦੇਵਾ ਪੂਜੈ ਡੁੱਲ੍ਹੈ, ਪਾਰ ਬ੍ਰਹਮ ਨਹੀਂ ਜਾਣਾ। ਇਸ ਕਰਕੇ ਇਸ ਤਰ੍ਹਾਂ ਦੀਆਂ ਸ਼ਕਤੀਆਂ ਦੀ ਪੂਜਾ ਕਰਨ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਰੋਕਿਆ ਹੈ। ਹੁਣ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਇਹ ਸਾਰੀ ਗੱਲ ਛੱਡ ਔਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਨਾਮ ਨੂੰ ਜਪਣਾ ਸ਼ੁਰੂ ਕਰ। ਇਹ ਕਥਾ ਹੁਣ ਭਾਈ ਸੰਤੋਖ ਸਿੰਘ ਸਾਹਿਬ ਲਿਖ ਰਹੇ ਨੇ। ਸੋ ਇਸ ਕਰਕੇ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਹੈ, ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਸਾਰਿਆਂ ਦੇ ਤਾਈਂ ਆਪ ਜੀ ਦੇ ਇਹ ਬਚਨ ਪਹੁੰਚ ਜਾਣ, ਸਾਰਿਆਂ ਦੇ ਹਿਰਦੇ 'ਚ ਇਹ ਬਚਨ ਵਸ ਜਾਣ। ਸਾਨੂੰ ਪਤਾ ਲੱਗ ਜਾਏ ਕਿ ਸਾਡੇ ਇਸ ਇਤਿਹਾਸ ਦੀ ਜੋ ਵਿਚਾਰਧਾਰਾ ਅਸਲ ਵਿੱਚ ਕੀ ਹੈ। ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਸਾਨੂੰ ਕਿਸ ਤਰ੍ਹਾਂ ਦਾ ਗਿਆਨ ਔਰ ਕਿਸ ਤਰ੍ਹਾਂ ਦੀ ਕਥਾ ਜਿਹੜੀ ਬਖਸ਼ਿਸ਼ ਕੀਤੀ ਹੈ। ਹੁਣ ਭਾਈ ਸੰਤੋਖ ਸਿੰਘ ਸਾਹਿਬ ਲਿਖ ਰਹੇ ਨੇ ਕਿ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਖੇਡੇ ਇਹ ਬ੍ਰਾਹਮਣ ਜੀ ਹੁਣ ਦੇਵੀ ਦੇਵਤਿਆਂ ਦਾ ਖਹਿੜਾ ਛੱਡੋ। ਜਿਸ ਜੀਵਨ ਨੂੰ ਸਫਲ ਕਰਨਾ ਚਾਹੁੰਦੇ ਹੋ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਨਾਮ ਦਾ ਸਿਮਰਨ ਕਰਿਆ ਕਰੋ। ਮਿਲਹੇ ਜੋ ਤੋਹੇ ਦੇਹੁ ਉਪਦੇਸ਼ਾ। ਕਹਿੰਦੇ ਆਪ ਵੀ ਜਪਣਾ ਹੈ। ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ ਸਿਧਾਂਤ ਹੈ, ਆਪ ਜਪੈ ਅਵਰਹਿ ਨਾਮ ਜਪਾਵੈ। ਮਹਾਰਾਜ ਕਹਿੰਦੇ ਭਾਈ ਖੇਡੇ ਹੁਣ ਤੂੰ ਵਾਹਿਗੁਰੂ ਦਾ ਨਾਮ ਆਪ ਵੀ ਜਪਣਾ ਹੈ ਤੇ ਜਿਹੜਾ ਵੀ ਤੇਰਾ ਸੰਗੀ ਸਾਥੀ ਹੈ ਨਾ ਉਸ ਨੂੰ ਵੀ ਬੜੇ ਪ੍ਰੇਮ ਨਾਲ ਬੜੇ ਭਾਵ ਨਾਲ ਮੋੜ ਕੇ ਲਿਆਉਣਾ ਹੈ। ਕੋਈ ਪੱਥਰਾਂ ਦੀ ਪੂਜਾ ਕਰ ਰਿਹਾ ਹੈ, ਕੋਈ ਦੇਵਤਿਆਂ ਦੀ ਪੂਜਾ ਕਰ ਰਿਹਾ ਹੈ, ਕੋਈ ਦਰਿਆਵਾਂ ਪਾਣੀਆਂ ਦੀ ਪੂਜਾ ਕਰ ਰਿਹਾ ਹੈ, ਕੋਈ ਸੂਰਜ ਤੇ ਚੰਦਰਮਾ ਨੂੰ ਪੂਜ ਰਿਹਾ ਹੈ। ਮਹਾਰਾਜ ਕਹਿੰਦੇ ਭਾਈ ਖੇਡੇ ਤੇਰੇ ਜਿੰਨੇ ਵੀ ਸੰਗੀ ਸਾਥੀ ਨੇ ਨਾ ਸਾਰਿਆਂ ਨੂੰ ਪ੍ਰੇਮ ਨਾਲ ਮੋੜ ਕੇ ਇਸ ਯਥਾਰਥ ਗਿਆਨ ਦੇ ਨਾਲ ਜੋੜਨਾ ਹੈ। ਸਾਰਿਆਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਜਪਣ ਦੀ ਸਿੱਖਿਆ ਦੇਣੀ ਹੈ। ਸਿੱਖੀ ਕੋ ਵਿਸਤਾਰ ਵਿਸ਼ੇਸ਼ਾ। ਮਹਾਰਾਜ ਕਹਿੰਦੇ ਹੁਣ ਤੂੰ ਜਾ। ਗੁਰੂ ਨਾਨਕ ਸਾਹਿਬ ਜੀਆਂ ਦੀ ਤੇਰੇ ਤੇ ਬਖਸ਼ਿਸ਼ ਹੋਈ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਅਕਾਲ ਪੁਰਖ ਵਾਹਿਗੁਰੂ ਦੇ ਇਸ ਸਿੱਖੀ ਮਾਰਗ ਨੂੰ, ਸਿੱਖੀ ਧਰਮ ਨੂੰ ਸੰਸਾਰ ਦੇ ਵਿੱਚ ਪ੍ਰਚਾਰ। ਇਮ ਕਹਿ ਕਿਰਪਾ ਦ੍ਰਿਸ਼ਟ ਸੋ ਹੇਰਾ। ਇਉਂ ਕਹਿ ਕੇ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਬੜੀ ਕਿਰਪਾ ਦ੍ਰਿਸ਼ਟੀ ਨਾਲ ਇਸ ਨੂੰ ਤੱਕਿਆ ਹੈ। ਉਪਜਿਓ ਬ੍ਰਹਮ ਗਿਆਨ ਤਿਸ ਬੇਰਾ। ਸਤਿਗੁਰਾਂ ਦੀ ਬਖਸ਼ਿਸ਼ ਪਾ ਕੇ ਉਸ ਬੇਰਾ ਭਾਵ ਉਸ ਵੇਲੇ ਇਸ ਬ੍ਰਾਹਮਣ ਦੇ ਕਰਮਕਾਂਡੀ ਦੇ ਦੁਰਗਾ ਦੇ ਉਪਾਸ਼ਕ ਦੇ ਅੰਦਰ ਬ੍ਰਹਮ ਗਿਆਨ ਪੈਦਾ ਹੋਇਆ। ਇਹ ਸਾਰੀ ਅਵਸਥਾ ਜਿਹੜੀ ਹੈ ਇਸ ਨੂੰ ਪ੍ਰਾਪਤ ਹੋਈ। ਪਹਿਲਾਂ ਬਹੁਤ ਲੰਬਾ ਸਮਾਂ ਬੜੇ ਸਾਲ ਦੁਰਗਾ ਦੀ ਉਪਾਸਨਾ ਕਰਦਾ ਰਿਹਾ, ਤੀਰਥ ਯਾਤਰਾ ਕਰਦਾ ਰਿਹਾ, ਸੰਗ ਲੈ ਕੇ ਜਾਂਦਾ ਰਿਹਾ। ਗਿਆਨ ਕਰਮ ਤੇ ਉਪਾਸਨਾ ਦੇ ਵਿੱਚ ਕਰੀਬਨ ਸਾਰੀ ਜ਼ਿੰਦਗੀ ਲੰਘ ਗਈ। ਹੁਣ ਜਾ ਕੇ ਸਤਿਗੁਰਾਂ ਦੀ ਸੰਗਤ ਹੋਈ, ਹੁਣ ਜਾ ਕੇ ਸਤਿਗੁਰਾਂ ਦੀ ਸ਼ਰਨ ਵਿੱਚ ਆਇਆ ਤੇ ਸਾਧ ਸੰਗਤ ਜੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ। ਆਤਮਦਰਸ਼ੀ ਬਣ ਗਿਆ। ਜੀਵਨ ਮੁਕਤ ਅਵਸਥਾ ਗੁਰੂ ਦੀ ਸ਼ਰਨ ਵਿੱਚ ਆ ਕੇ ਇਸ ਨੂੰ ਪ੍ਰਾਪਤ ਹੋਈ। ਕਰ ਅਜ਼ਮਤ ਜੁਤ ਦੀਨ ਵਿਦਾਈ। ਇਉਂ ਸਤਿਗੁਰਾਂ ਨੇ ਅਜ਼ਮਤ ਦੇ ਕੇ, ਫਾਰਸੀ ਦਾ ਲਫ਼ਜ਼ ਅਜ਼ਮਤ ਮੈਨਾ ਸ਼ਕਤੀਆਂ, ਦੇਵੀ ਸ਼ਕਤੀਆਂ, ਗੈਬੀ ਸ਼ਕਤੀਆਂ, ਇਹ ਦੇ ਕੇ ਸਤਿਗੁਰਾਂ ਨੇ ਇੱਥੋਂ ਵਿਦਾ ਕੀਤਾ ਹੈ। ਰਾਮ ਨਾਮ ਕੀ ਔਰ ਲਿਵ ਲਾਈ। ਔਰ ਹਿਰਦੇ ਦੇ ਅੰਦਰ ਵਾਹਿਗੁਰੂ ਦੇ ਨਾਮ ਦੀ ਲਿਵ ਲੱਗ ਗਈ ਹੈ। ਮਨ ਜਿਹੜਾ ਹੈ ਸਾਰੇ ਪਾਸਿਆਂ ਤੋਂ ਦੌੜਨੋਂ ਭੱਜਣੋਂ ਛੁੱਟ ਗਿਆ ਹੈ। ਜਿਸ ਤਰ੍ਹਾਂ ਸਤਿਗੁਰਾਂ ਦੀ ਪਵਿੱਤਰ ਬਾਣੀ ਅੰਦਰ ਸਾਧ ਸੰਗਤ ਜੀ ਸ਼੍ਰੀ ਰਾਮਾਨੰਦ ਜੀਆਂ ਦਾ ਪਾਵਨ ਸ਼ਬਦ ਹੈ। ਕਹਿੰਦੇ ਕਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੈ ਮਨ ਭਇਓ ਪੰਗ। ਏਕ ਦਿਵਸ ਮਨ ਭਈ ਉਮੰਗ, ਕਸ ਚੋਆ ਚੰਦਨ ਬਹੁਤ ਸੁਗੰਧ। ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੀ।
ਕਹਿੰਦੇ ਹੁਣ ਕਿੱਥੇ ਜਾਣਾ ਹੈ? ਜਹ ਜਾਈਐ ਤਹ ਜਲ ਪਖਾਨ। ਕਹਿੰਦੇ ਜਿੱਥੇ ਜਾਂਦੇ ਹਾਂ ਉੱਥੇ ਪਾਣੀ ਹੈ, ਪੱਥਰ ਹੈ, ਪੱਥਰਾਂ ਦੀ ਪੂਜਾ ਹੋ ਰਹੀ ਹੈ। ਕਹਿੰਦੇ ਕਿੱਥੇ ਜਾਣਾ ਹੈ? ਜਿਸ ਬ੍ਰਹਮ ਨੂੰ ਲੱਭਣ ਵਾਸਤੇ ਜਾਣਾ ਹੈ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਉਹਦੇ ਤਾਂ ਗੁਰੂ ਨੇ ਦਰਸ਼ਨ ਕਰਵਾ ਦਿੱਤੇ ਨੇ। ਐਸੀ ਬਖਸ਼ਿਸ਼ ਇਸ ਬ੍ਰਾਹਮਣ ਦੁਰਗਾ ਦੇ ਉਪਾਸ਼ਕ ਭਾਈ ਖੇਡੇ ਸੋਇਨੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋ ਗਈ। ਭੁਗਤ ਮੁਕਤ ਲੈ ਘਰ ਕੋ ਗਇਓ। ਇਉਂ ਕਹਿੰਦੇ ਕਿ ਹੁਣ ਮੁਕਤ ਤੇ ਭੁਗਤ ਲੈ ਕੇ, ਮੁਕਤ ਕਹਿੰਦੇ ਨੇ ਜਨਮ ਮਰਨ ਤੋਂ ਛੁਟਕਾਰਾ ਹੋਣਾ, ਤੇ ਭੁਗਤ ਕਹਿੰਦੇ ਨੇ ਸੰਸਾਰੀ ਪਦਾਰਥ। ਕਹਿੰਦੇ ਸੰਸਾਰੀ ਪਦਾਰਥਾਂ ਦੀਆਂ ਬਖਸ਼ਿਸ਼ਾਂ ਤੇ ਦੇਵੀ ਅਧਿਆਤਮਕ ਪਦਾਰਥਾਂ ਦੀਆਂ ਬਖਸ਼ਿਸ਼ਾਂ, ਇਹ ਦੋਵੇਂ ਬਖਸ਼ਿਸ਼ਾਂ ਮੁਕਤ ਅਤੇ ਭੁਗਤ ਗੁਰੂ ਚਰਨਾਂ ਚੋਂ ਹਾਸਲ ਕਰਕੇ ਇਹ ਬ੍ਰਾਹਮਣ ਬੜੀ ਪ੍ਰਸੰਨਤਾ ਨਾਲ ਆਪਣੇ ਘਰ ਵਾਪਸ ਚਲੇ ਗਿਆ। ਨਰ ਅਨੇਕ ਕੋ ਸੰਕਟ ਹੈਓ। ਔਰ ਅਨੇਕਾਂ ਹੀ ਮਨੁੱਖਾਂ ਦਾ, ਸੰਗੀਆਂ ਦਾ ਸੰਕਟ ਇਸਨੇ ਦੂਰ ਕਰ ਦਿੱਤਾ। ਜਿਨ ਜਿਨ ਸੰਗਤ ਤਿਸ ਕੀ ਕੀਣ। ਕਹਿੰਦੇ ਫਿਰ ਦੇਖੋ, ਜਿਸ ਜਿਸ ਨੇ ਇਸ ਭਾਈ ਖੇਡੇ ਸੋਇਨੀ ਦੀ ਸੰਗਤ ਕੀਤੀ, ਕਹਿੰਦੇ ਉਸ ਦਾ ਵੀ ਇਸਨੇ ਉਧਾਰ ਕਰਾ ਦਿੱਤਾ। ਤਿਨਹੂ ਨਹੀਂ ਜਮ ਕੋ ਦੁਖ ਲੀਨ। ਕਹਿੰਦੇ ਉਸ ਨੂੰ ਫਿਰ ਜਮਾਂ ਦੇ ਮਾਰਗ ਤੇ ਨਹੀਂ ਚੱਲਣਾ ਪਿਆ, ਉਸ ਦੀਆਂ ਸਜ਼ਾਵਾਂ ਮਾਫ ਹੋ ਗਈਆਂ, ਉਸ ਦਾ ਜਨਮ ਮਰਨ ਕੱਟਿਆ ਗਿਆ। ਜਮਦੂਤਾਂ ਦੇ ਪਾਸੋਂ ਭਾਈ ਖੇਡੇ ਸੋਇਨੇ ਦੀ ਸੰਗਤ ਨੇ ਛੁਡਾ ਲਿਆ। ਕਹਿੰਦੇ ਐਸੀਆਂ ਬਖਸ਼ਿਸ਼ਾਂ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਪਾਸੋਂ ਇਸ ਨੂੰ ਪ੍ਰਾਪਤ ਹੋ ਗਈਆਂ ਸਨ। ਸਤਿਗੁਰ ਕੀ ਸਿੱਖੀ ਬਿਰਦਾਈ। ਇਉਂ ਕਹਿੰਦੇ ਜਿਤਨਾ ਚਿਰ ਸਰੀਰ ਕਰਕੇ ਇਹ ਭਾਈ ਖੇਡਾ ਸੰਸਾਰ ਵਿੱਚ ਰਿਹਾ, ਇਹਨੇ ਗੁਰਸਿੱਖੀ ਦਾ, ਸਿੱਖ ਧਰਮ ਦਾ ਪ੍ਰਚਾਰ ਕੀਤਾ। ਦਰਸ਼ਨ ਪਰਸਹਿ ਕਬ ਕਬ ਆਈ। ਇਉਂ ਕਹਿੰਦੇ ਕਦੇ ਕਦੇ ਫਿਰ ਵੀ ਦੇਖੋ ਗੁਰਸਿੱਖ ਦੀ ਅਵਸਥਾ ਕੀ ਹੈ। ਅੰਦਰ ਮਾਣ ਤਾਂ ਹੈ ਹੀ ਨਹੀਂ ਨਾ। ਹੁਣ ਕੋਈ ਮਾਣ ਨਹੀਂ ਹੈ ਕਿ ਭਾਈ ਮੈਨੂੰ ਤਾਂ ਇੰਨੀਆਂ ਬਖਸ਼ਿਸ਼ਾਂ ਮਿਲ ਗਈਆਂ, ਮੈਨੂੰ ਤਾਂ ਗੁਰੂ ਨੇ ਇੰਨਾ ਸਮਰੱਥ ਬਣਾ ਦਿੱਤਾ ਹੈ ਕਿ ਮੈਂ ਜਿਹਨੂੰ ਚਾਹਾਂ ਮੁਕਤ ਕਰ ਸਕਦਾ ਹਾਂ। ਐਸਾ ਨਹੀਂ ਕਿਹਾ। ਕਹਿੰਦੇ ਆਪ ਵੀ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਕਦੇ ਕਦੇ ਦਰਸ਼ਨ ਕਰਦਾ ਰਹਿੰਦਾ ਹੈ, ਆਪਣੀ ਕਿਰਤ ਵਿਰਤ ਵੀ ਕਰਦਾ ਹੈ, ਸੰਸਾਰੀ ਕੰਮ ਧੰਦੇ ਵੀ ਕਰਦਾ ਹੈ, ਔਰ ਸੰਸਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ। ਤੇ ਜੇ ਕੋਈ ਆਉਂਦਾ ਉਸ ਨੂੰ ਨਾਮ ਜਪਣ ਦਾ ਉਪਦੇਸ਼ ਦਿੰਦਾ ਹੈ। ਇਹ ਨਹੀਂ ਕਹਿੰਦਾ ਕਿ ਭਾਈ ਤੂੰ ਫਲਾਣੇ ਦਿਨ ਮੇਰੇ ਅਸਥਾਨ ਤੇ ਆ ਜਾਈਂ, ਫਲਾਣੇ ਥਾਂ ਮੇਰਾ ਡੇਰਾ, ਉੱਥੇ ਆ ਜਾਈਂ, ਉੱਥੇ ਤੇਰਾ ਭਲਾ ਕਰਾਂਗਾ, ਫਲਾਣੇ ਬੁੱਧਵਾਰ ਆ ਜਾਈਂ, ਉੱਥੇ ਤੇਰੀ ਅਰਦਾਸ ਕਰਾਂਗਾ। ਇਹੋ ਜਿਹਾ ਨਹੀਂ ਹੈ। ਇਹੋ ਜਿਹਾ ਕੋਈ ਸਿਧਾਂਤ ਮਹਾਰਾਜ ਜੀ ਨੇ ਸਾਨੂੰ ਨਹੀਂ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਜੀਵਨ ਵਿੱਚੋਂ ਵੀ ਸਾਨੂੰ ਐਸਾ ਸਿਧਾਂਤ ਮਿਲਦਾ ਹੈ। ਸੋ ਜਿਤਨੇ ਅਸਥਾਨ ਨੇ ਉੱਥੇ ਸਾਧ ਸੰਗਤ ਜੀ ਇਸ ਬ੍ਰਹਮ ਵਿਦਿਆ ਨੂੰ ਪੜ੍ਹਨ ਵਾਸਤੇ ਅਸੀਂ ਜਾ ਸਕਦੇ ਹਾਂ, ਪਰ ਬ੍ਰਹਮ ਵਿਦਿਆ ਨੂੰ ਪੜ੍ਹਾਉਣ ਵਾਲੇ ਮਹਾਂਪੁਰਖ ਤੇ ਗੁਰਮੁਖਾਂ ਦਾ ਇਹ ਨਿਸ਼ਚਾ ਨਹੀਂ ਹੈ ਕਿ ਤੁਸੀਂ ਸਾਡੇ ਸਰੀਰ ਨਾਲ ਜੁੜਨਾ, ਅਸੀਂ ਤੁਹਾਡਾ ਭਲਾ ਕਰਾਂਗੇ। ਉੱਥੇ ਜਾਣ ਤੋਂ ਬਾਅਦ ਵੀ ਉਹ ਕਹਿੰਦੇ ਨੇ ਭਾਈ ਸ਼ਬਦ ਨਾਲ ਜੁੜਨਾ ਹੈ, ਗੁਰਬਾਣੀ ਨਾਲ ਜੁੜਨਾ ਹੈ, ਗੁਰਬਾਣੀ ਹੀ ਭਲਾ ਕਰੇਗੀ, ਉਧਾਰ ਕਰੇਗੀ। ਸੋ ਇਸ ਕਰਕੇ ਇਹ ਸਿਧਾਂਤ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਵੀ ਕਦੇ ਕਿਸੇ ਨੂੰ ਨਹੀਂ ਕਿਹਾ, ਚਾਹੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਧਾਂ ਦੇ ਪਾਸ ਗਏ, ਚਾਹੇ ਸਾਲਸਰਾਏ ਜੌਹਰੀ ਕੋਲ ਗਏ, ਚਾਹੇ ਸੱਜਣ ਠੱਗ ਕੋਲ ਗਏ, ਚਾਹੇ ਮੱਕੇ ਮਦੀਨੇ ਗਏ, ਕਿਸੇ ਨੂੰ ਨਹੀਂ ਕਿਹਾ ਕਿ ਭਾਈ ਤੁਸੀਂ ਸੁਲਤਾਨਪੁਰ ਆ ਜਾਓ, ਉੱਥੇ ਸਾਡਾ ਸਥਾਨ ਹੈ, ਜਾਂ ਤੁਸੀਂ ਕਰਤਾਰਪੁਰ ਸਾਹਿਬ ਆ ਜਾਇਓ, ਉੱਥੇ ਤੁਹਾਡਾ ਭਲਾ ਕਰਾਂਗੇ। ਮੈਂ ਕਿਹਾ ਨਹੀਂ ਭਾਈ, ਆਪਣੇ ਘਰ ਵਿੱਚ ਰਹਿ ਕੇ ਸੱਚੀ ਸੁੱਚੀ ਦਸਾਂ ਨੌਹਾਂ ਦੀ ਕਿਰਤ ਕਮਾਈ ਕਰੋ ਤੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੋ। ਮੜੀ ਮਸਾਣੀ ਕਬਰ ਦੇਵੀ ਦੇਵਤਿਆਂ ਦੀ ਆਰਾਧਨਾ ਛੱਡ ਕੇ ਅਕਾਲ ਪੁਰਖ ਦੀ ਬੰਦਗੀ ਕਰੋ, ਭਲਾ ਹੋਵੇਗਾ। ਇਹ ਸਿਧਾਂਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੰਸਾਰ ਨੂੰ ਬਖਸ਼ਿਆ ਹੈ। ਸੋ ਇਸ ਤਰ੍ਹਾਂ ਹੀ ਗੁਰੂ ਕੇ ਸਿੱਖਾਂ ਦਾ ਜੀਵਨ ਹੈ। ਹੁਣ ਆਪਣੀ ਸੱਚੀ ਸੁੱਚੀ ਕਿਰਤ ਕਮਾਈ ਕਰਦਾ ਹੈ, ਪਰਮਾਤਮਾ ਦੀ ਬੰਦਗੀ ਵਿੱਚ ਜੁੜਿਆ ਰਹਿੰਦਾ ਭਾਈ ਖੇਡਾ, ਪਰ ਮਾਣ ਨਹੀਂ, ਹੰਕਾਰ ਨਹੀਂ ਹੈ ਕਿ ਮੇਰੇ ਕੋਲ ਸਭ ਕੁਝ ਹੈ। ਫਿਰ ਵੀ ਨਿਮਾਣਾ ਸਿੱਖ ਬਣ ਕੇ ਗੁਰੂ ਦੇ ਦਰਸ਼ਨਾਂ ਲਈ ਆਉਂਦਾ ਰਹਿੰਦਾ ਹੈ, ਕਿਉਂਕਿ ਇਹੀ ਸਿੱਖ ਦਾ ਜੀਵਨ ਹੈ। ਵਿਦਵਾਨ ਮਹਾਂਪੁਰਖਾਂ ਦੇ ਬਚਨ ਨੇ, ਕਹਿੰਦੇ ਗਿਆਨਵਾਨ ਹੋਵੇ ਨਿਜ ਯਦਿਪ, ਪੁੱਛੇ ਗੁਰ ਤੇ ਸ਼ੁਭ ਸਿੱਖ ਤਦਿਪ। ਕਹਿੰਦੇ ਸਿੱਖ ਦੇ ਜੀਵਨ ਦੀ ਨਿਸ਼ਾਨੀ ਇਹ ਹੈ ਕਿ ਉਹ ਭਾਵੇਂ ਕਿੰਨਾ ਵੀ ਗਿਆਨਵਾਨ ਕਿਉਂ ਨਾ ਹੋ ਜਾਏ, ਕਿੰਨਾ ਵਿਦਵਾਨ ਬਣ ਜਾਏ, ਕਿੰਨਾ ਭਗਤ ਬਣ ਜਾਏ, ਕਿੱਡਾ ਸਰੋਤਾ ਬਣ ਜਾਏ, ਪਰ ਕਹਿੰਦੇ ਸਿੱਖ ਦੇ ਜੀਵਨ ਦੀ ਨਿਸ਼ਾਨੀ ਇਹ ਹੈ
ਗਿਆਨਵਾਨ ਹੋਵੇ ਨਿਜ ਯਦਿਪ, ਪੁੱਛੇ ਗੁਰ ਤੇ ਸ਼ੁਭ ਸਿੱਖ ਤਦਿਪ। ਫਿਰ ਵੀ ਗੁਰੂ ਦੇ ਸਨਮੁਖ ਆ ਕੇ ਗੁਰੂ ਦੇ ਪਾਸੋਂ ਪੁੱਛਦਾ ਹੀ ਰਹਿੰਦਾ ਹੈ, ਮਹਾਰਾਜ ਮੈਂ ਭੁੱਲਣਹਾਰਾ, ਕਿਰਪਾ ਕਰੋ, ਮੈਨੂੰ ਆਹ ਗੱਲ ਸਮਝ ਨਹੀਂ ਆ ਰਹੀ, ਮੈਨੂੰ ਦੱਸ ਦਿਓ। ਇਹ ਸਿੱਖ ਦਾ ਜੀਵਨ ਨਹੀਂ ਕਿ ਉਹ ਲਲਕਾਰ ਕੇ ਬਾਹਾਂ ਖੜੀਆਂ ਕਰਕੇ ਗੁਰੂ ਦੀ ਹਜ਼ੂਰੀ 'ਚ ਕਹੇ ਕਿ ਮੈਨੂੰ ਸਭ ਪਤਾ ਲੱਗ ਗਿਆ, ਹੁਣ ਮੈਂ ਹੀ ਤੁਹਾਨੂੰ ਸਿਖਾਵਾਂਗਾ। ਜਿਹੜੇ ਪਹਿਲਾਂ ਦੱਸਦੇ ਰਹੇ ਉਹਨਾਂ ਨੂੰ ਕੀ ਪਤਾ ਸੀ, ਇਹ ਨਵਾਂ ਗਿਆਨ ਤਾਂ ਮੈਨੂੰ ਹੀ ਉਤਰਿਆ, ਮੈਂ ਹੀ ਦੱਸਾਂਗਾ। ਕਹਿੰਦੇ ਇਹ ਸਿੱਖ ਦਾ ਜੀਵਨ ਨਹੀਂ, ਸਿੱਖ ਦੀ ਭਾਵਨਾ ਨਹੀਂ। ਸੋ ਮਹਾਂਪੁਰਖ ਤਾਂ ਇੱਥੋਂ ਤੱਕ ਦੱਸਦੇ ਨੇ ਕਿ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਦੀ ਕਥਾ ਕਰੀਏ, ਬਾਣੀ ਦਾ ਪਾਠ ਕਰੀਏ, ਬਾਣੀ ਦਾ ਕੀਰਤਨ ਕਰੀਏ, ਕੋਈ ਕਥਾ ਵਿਚਾਰ ਕਰੀਏ, ਕਹਿੰਦੇ ਇੰਨਾ ਅਦਬ ਰੱਖਣਾ ਹੈ, ਇੰਨੀ ਭਾਵਨਾ ਰੱਖਣੀ ਹੈ ਕਿ ਗੁਰੂ ਦੀ ਹਜ਼ੂਰੀ ਵਿੱਚ ਹੱਥ ਵੀ ਉੱਚਾ ਨਹੀਂ ਕਰਨਾ। ਹੱਥ ਨਹੀਂ ਉੱਚਾ ਕਰ ਸਕਦੇ ਇੱਥੇ ਬੈਠ ਕੇ ਗੁਰੂ ਦੀ ਹਜ਼ੂਰੀ 'ਚ, ਕਿਉਂਕਿ ਗੁਰੂ ਪ੍ਰਤੱਖ ਹੈ, ਸਮਰੱਥ ਹੈ। ਤੋ ਹੱਥ ਉੱਚਾ ਕਰਨ ਦੀ ਵੀ ਮਨਾਹੀ ਹੈ। ਤੇ ਅਸੀਂ ਕਿਵੇਂ ਸਾਧ ਸੰਗਤ ਜੀ ਹੱਥ ਖੜੇ ਕਰਕੇ ਲਲਕਾਰ ਕੇ ਕਹਿ ਸਕਦੇ ਹਾਂ ਕਿ ਸਾਨੂੰ ਜਿਹੜਾ ਗਿਆਨ ਹੈ ਇਹੀ ਸਹੀ ਹੈ। ਪਹਿਲਾਂ ਤਾਂ ਸਾਰੇ ਭਰਮਾਉਂਦੇ ਰਹੇ, ਪਹਿਲਾਂ ਤਾਂ ਸਾਰੇ ਅਗਿਆਨੀ ਸਨ, ਉਹਨਾਂ ਨੂੰ ਤਾਂ ਸਿੱਖੀ ਦਾ ਸਿਧਾਂਤ ਦਾ ਪਤਾ ਹੀ ਨਹੀਂ ਸੀ। ਸੋ ਇਸ ਚੀਜ਼ ਨੇ ਸਾਡਾ ਇੰਨਾ ਕੁ ਨੁਕਸਾਨ ਕੀਤਾ ਹੈ। ਅੱਜ ਦੇ ਸਮੇਂ ਸਾਧ ਸੰਗਤ ਜੀ, ਜਿਸ ਵਿਅਕਤੀ ਨੂੰ ਪੰਜ ਬਾਣੀਆਂ ਦਾ ਨਿਤਨੇਮ ਵੀ ਸ਼ੁੱਧ ਨਹੀਂ ਨਾ ਕਰਨਾ ਆਉਂਦਾ, ਜਿਹੜਾ ਕਦੇ ਸੰਗਤ ਵਿੱਚ ਵੀ ਨਹੀਂ ਆਉਂਦਾ, ਉਹ ਵੀ ਇਹ ਕਹਿੰਦਾ ਹੈ ਕਿ ਮੈਂ ਨਹੀਂ ਮੰਨਦਾ ਭਾਈ ਗੁਰਦਾਸ ਸਾਹਿਬ ਦੀ ਬਾਣੀ ਨੂੰ, ਮੈਂ ਨਹੀਂ ਮੰਨਦਾ ਸ਼੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਨੂੰ, ਮੈਂ ਨਹੀਂ ਮੰਨਦਾ ਇਤਿਹਾਸ ਨੂੰ। ਪਤਾ ਨਹੀਂ ਘਰੇ ਬੈਠਿਆਂ ਕਿਹੜਾ ਗਿਆਨ ਉਹਨੂੰ ਹੋ ਗਿਆ। ਸੋ ਸਾਧ ਸੰਗਤ ਜੀ ਇੰਨਾ ਨੁਕਸਾਨ ਹੋ ਗਿਆ। ਬ੍ਰਹਮ ਗਿਆਨੀ ਭਾਈ ਗੁਰਦਾਸ ਸਾਹਿਬ, 5-7 ਦਿਨਾਂ ਦੀ ਗੱਲ ਹੈ, ਇੱਥੇ ਕਥਾ ਸੁਣਨ ਵਾਲੇ ਇੱਕ ਪ੍ਰੇਮੀ ਨੇ ਫੋਨ ਕੀਤਾ। ਉਹ ਕਹਿੰਦਾ ਭਾਈ ਸਾਹਿਬ ਜੀ ਮੈਂ ਭਾਈ ਗੁਰਦਾਸ ਸਾਹਿਬ ਨੂੰ ਨਹੀਂ ਮੰਨਦਾ। ਮੈਂ ਕਿਹਾ ਠੀਕ ਹੈ ਭਾਈ, ਗੁਰੂ ਚਰਨਾਂ 'ਚ ਅਰਦਾਸ ਕਰਿਆ ਕਰ, ਮਹਾਰਾਜ ਮੇਰਾ ਪਾਪੀ ਦਾ ਭਲਾ ਹੋ ਜਾਏ, ਮੈਨੂੰ ਵੀ ਭਾਈ ਗੁਰਦਾਸ ਸਾਹਿਬ ਤੇ ਨੀਚਾ ਬਣ ਜਾਏ। ਸੋ ਦੇਖੋ ਇੰਨਾ ਗਿਆਨ ਹੋ ਗਿਆ ਸਾਨੂੰ ਘਰੇ ਬੈਠੇ ਹਾਂ। ਸੋ ਇਸ ਕਰਕੇ ਇਸ ਚੀਜ਼ ਨੇ ਇੰਨਾ ਕੁ ਨੁਕਸਾਨ ਕੀਤਾ ਹੈ ਕਿ ਇੱਕ ਅਨਪੜ੍ਹ ਦਰਜੇ ਦੇ ਬੰਦੇ ਨੂੰ ਵੀ ਭਾਈ ਗੁਰਦਾਸ ਸਾਹਿਬ ਤੇ ਗੁਰਬਾਣੀ ਤੇ ਸ਼ੰਕੇ ਜਿਹੜੇ ਨੇ ਉਹ ਪੈਦਾ ਹੋਣ ਲੱਗ ਪਏ ਨੇ। ਸੋ ਗੁਰੂ ਚਰਨਾਂ 'ਚ ਅਰਦਾਸ ਹੈ, ਸੱਚੇ ਪਾਤਸ਼ਾਹ ਜੀ ਕਿਰਪਾ ਕਰੋ। ਅਸੀਂ ਕਹਿੰਦੇ ਤਾਂ ਹਾਂ ਕਿ ਅਸੀਂ ਤੁਹਾਡੇ ਸਿੱਖ ਹਾਂ, ਮਹਾਰਾਜ ਸਾਡੀ ਅਵਸਥਾ ਕਿਹੋ ਜਿਹੀ ਹੈ। ਦੇਖੋ ਜਿਨ੍ਹਾਂ ਨੂੰ ਸ਼ਰਧਾ ਬਣੀ, ਇਹ ਦੁਰਗਾ ਦੇਵੀ ਦਾ ਉਪਾਸ਼ਕ ਸੀ ਨਾ, ਬ੍ਰਹਮ ਗਿਆਨੀ ਬਣ ਗਿਆ, ਸ਼ਰਧਾ ਬਣ ਗਈ ਨਾ ਗੁਰੂ ਤੇ। ਸਤਿਗੁਰੂ ਇਹ ਨਹੀਂ ਦੇਖਦੇ ਤੂੰ ਕਿਹੜੇ ਧਰਮ ਨੂੰ ਮੰਨਣ ਵਾਲਾ ਹੈ, ਕਿਹੜੇ ਦੇਵਤੇ ਦੀ ਉਪਾਸਨਾ ਕਰਦਾ ਹੈ। ਜਦੋਂ ਸਤਿਗੁਰੂ ਜੀ ਭਾਵਨਾ ਦੇਖਦੇ ਨੇ, ਪ੍ਰਸੰਨ ਹੁੰਦੇ ਨੇ, ਫਿਰ ਸਾਰੀਆਂ ਬਖਸ਼ਿਸ਼ਾਂ ਕਰ ਦਿੰਦੇ ਨੇ, ਸਾਰੇ ਰਸਤੇ ਖੋਲ ਦਿੰਦੇ ਨੇ। ਹੁਣ ਦੇਖੋ ਇਹ ਬ੍ਰਾਹਮਣ ਹੈ, ਦੇਵੀ ਦਾ ਉਪਾਸ਼ਕ, ਕਿੱਡੀ ਬਖਸ਼ਿਸ਼ ਹੋਈ, ਬ੍ਰਹਮ ਗਿਆਨੀ ਬਣ ਗਿਆ। ਇਹਦੀ ਸੰਗਤ ਕਰਕੇ ਕਿੰਨਿਆਂ ਦਾ ਭਲਾ ਹੋ ਗਿਆ। ਤੇ ਸੱਚੇ ਪਾਤਸ਼ਾਹ ਜੀ ਭਾਵੇਂ ਅਸੀਂ ਦੁਨੀਆ 'ਚ ਬੜੀਆਂ ਡੀਂਗਾਂ ਮਾਰਦੇ ਹਾਂ, ਸਾਡੇ ਵਰਗੀ ਵਿਦਵਤਾ, ਸਾਡੇ ਵਰਗਾ ਗਿਆਨ ਕਿਸੇ ਕੋਲ ਨਹੀਂ, ਪਰ ਸੱਚੇ ਪਾਤਸ਼ਾਹ ਜੀਓ ਜਦੋਂ ਅਸੀਂ ਬੜੀ ਇਮਾਨਦਾਰੀ ਨਾਲ ਆਪਣੇ ਅੰਦਰ ਨੂੰ ਵਾਚਦੇ ਹਾਂ ਤੇ ਅਸੀਂ ਜਾਣਦੇ ਹਾਂ ਕਿ ਆਪਣੇ ਅੰਦਰ ਦੀ ਹਾਲਤ ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ। ਕਿੰਨਾ ਵਿਕਾਰ, ਕਿੰਨੀ ਅਸ਼ਾਂਤੀ, ਕਿੰਨੀ ਭਟਕਣਾ, ਕਿੰਨੀ ਨਾਸਤਿਕਤਾ ਸਾਡੇ ਅੰਦਰ ਹੈ। ਮਹਾਰਾਜ ਕਿਰਪਾ ਕਰੋ ਇਹਨਾਂ ਗੁਰਸਿੱਖਾਂ ਵਰਗਾ, ਇਹਨਾਂ ਗੁਰਮੁਖਾਂ ਵਰਗਾ ਜੀਵਨ ਸਾਨੂੰ ਪ੍ਰਾਪਤ ਹੋਵੇ। ਸ਼ਰਧਾ ਦੇ ਸਮੁੰਦਰ ਵਿੱਚੋਂ ਇੱਕ ਕਣੀ ਸਾਡੀ ਝੋਲੀ ਪਾ ਦਿਓ ਤਾਂ ਕਿ ਸਾਡਾ ਇੱਥੇ ਆਉਣਾ, ਸੁਣਨਾ, ਪੜ੍ਹਨਾ ਸਫਲ ਹੋ ਜਾਏ। ਸੋ ਸਾਧ ਸੰਗਤ ਜੀ ਐਸਾ ਇਹ ਇਤਿਹਾਸ ਦਾ ਗਿਆਨ ਹੈ, ਐਸੀ ਆਨੰਦਮਈ ਕਥਾ, ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ। ਸੋ ਸਾਧ ਸੰਗਤ ਜੀ ਦੇਖੋ ਕੈਸੀ ਸਤਿਗੁਰਾਂ ਦੇ ਚਰਨਾਂ 'ਚ ਆ ਕੇ ਬਖਸ਼ਿਸ਼ ਪ੍ਰਾਪਤ ਹੋਈ। ਕਹਿੰਦੇ ਜਿੰਨਾ ਚਿਰ ਇਹ ਭਾਈ ਖੇਡਾ ਸਰੀਰ ਕਰਕੇ ਰਿਹਾ, ਇਹ ਸਿੱਖੀ ਦਾ ਪ੍ਰਚਾਰ ਕਰਦਾ ਰਿਹਾ ਔਰ ਇਹਦੀ ਦਰਸ਼ਨ ਕਰਨ ਵਾਲਿਆਂ ਦਾ ਵੀ ਭਲਾ ਹੁੰਦਾ ਰਿਹਾ। ਜਿਸ ਪਰ ਦ੍ਰਿਸ਼ਟ ਕਿਰਪਾ ਕੀ ਕਰੈ। ਇਸ ਤਰ੍ਹਾਂ ਕਹਿੰਦੇ ਸਤਿਗੁਰੂ ਜੀ ਜਿਸ ਤੇ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਹਨ। ਨਿਜ ਗਟੰਬ ਜੁਤ ਭੌਜਲ ਤਰੈ। ਮਹਾਰਾਜ ਕਹਿੰਦੇ ਉਹ ਆਪ ਤਾਂ ਸੰਸਾਰ ਤੋਂ ਤਰਦਾ ਹੀ ਹੈ, ਆਪਣੇ ਕੁਟੰਬ ਨੂੰ ਵੀ ਤਾਰ ਲੈਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਇੱਕ ਸ਼ਬਦ ਆਉਂਦਾ ਹੈ ਕੁਟੰਬ। ਤੋ ਕਈ ਗੁਰਮੁਖ ਪਿਆਰੇ ਇਸ ਨੂੰ ਕੁਟੁੰਬ ਵੀ ਪੜ੍ਹ ਦਿੰਦੇ ਨੇ। ਸੋ ਖਿਆਲ ਰੱਖਣਾ ਹੈ, ਸ਼ਬਦਾਂ ਦੀ ਜਿਹੜੀ ਪ੍ਰੋਨਾਊਂਸੀਏਸ਼ਨ ਹੈ, ਉਚਾਰਨ ਹੈ, ਇਹ ਵੀ ਸ਼ੁੱਧ ਹੋਣਾ ਬੜਾ ਜ਼ਰੂਰੀ ਹੈ। ਇਸ ਕਰਕੇ ਦਸਮ ਪਾਤਸ਼ਾਹ ਜੀਆਂ ਨੇ ਬਾਬਾ ਦੀਪ ਸਿੰਘ ਸਾਹਿਬ ਤੇ ਭਾਈ ਮਨੀ ਸਿੰਘ ਸਾਹਿਬ ਨੂੰ ਆਗਿਆ ਦਿੱਤੀ ਸੀ ਕਿ ਆਪ ਜੀਆਂ ਨੇ ਗੁਰਸਿੱਖਾਂ ਨੂੰ ਗੁਰਬਾਣੀ ਦਾ ਸ਼ੁੱਧ ਉਚਾਰਨ ਪੜ੍ਹਾਉਣਾ ਹੈ, ਗੁਰਬਾਣੀ ਦੇ ਅਰਥ ਪੜ੍ਹਾਉਣੇ ਨੇ,
ਜੋ ਤੁਸੀਂ ਸਾਡੇ ਕੋਲੋਂ ਸੁਣੇ ਨੇ। ਦਮਦਮੇ ਸਾਹਿਬ ਦੀ ਪਾਵਨ ਧਰਤੀ ਤੇ 48 ਸਿੰਘਾਂ ਨੇ ਦਸਮ ਪਾਤਸ਼ਾਹ ਜੀ ਦੀ ਰਸਨਾ ਤੋਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਿਆ ਸੀ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣੀ ਦਸਮ ਪਾਤਸ਼ਾਹ ਜੀਆਂ ਦੀ ਰਸਨਾ ਤੋਂ। ਉਹਨਾਂ ਵਿੱਚੋਂ ਸਨ ਬਾਬਾ ਦੀਪ ਸਿੰਘ ਸਾਹਿਬ ਤੇ ਭਾਈ ਮਨੀ ਸਿੰਘ ਸਾਹਿਬ। ਮਹਾਰਾਜ ਜੀ ਨੇ ਇਹਨਾਂ ਦੋਹਾਂ ਗੁਰਮੁਖਾਂ ਨੂੰ ਹੁਕਮ ਲਾਇਆ ਸੀ ਕਿ ਤੁਸੀਂ ਜਿੰਨਾ ਚਿਰ ਸਰੀਰ ਕਰਕੇ ਰਹੋ, ਸਾਡੀ ਰਸਨਾ ਤੋਂ ਜੋ ਸੁਣਿਆ ਉਸੇ ਤਰ੍ਹਾਂ ਸਿੰਘਾਂ ਨੂੰ, ਸਿੱਖਾਂ ਨੂੰ, ਗੁਰਮੁਖਾਂ ਨੂੰ ਪੜ੍ਹਾਉਣਾ ਹੈ। ਤੇ ਦਸਮ ਪਾਤਸ਼ਾਹ ਜੀ ਦੀ ਆਗਿਆ ਨਾਲ ਹੀ ਫਿਰ ਇਹ 2 ਟਕਸਾਲਾਂ ਇਸ ਧਰਤੀ ਤੇ ਆਰੰਭ ਹੋਈਆਂ। ਭਾਈ ਮਨੀ ਸਿੰਘ ਸਾਹਿਬ ਵਾਲੀ ਸੱਤੋ ਕੀ ਗਲੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੀ ਦਮਦਮੀ ਟਕਸਾਲ, ਤੇ ਦਮਦਮੀ ਟਕਸਾਲ ਜੋ ਭਿੰਡਰਾਂ ਵਾਲੀ ਹੈ, 2 ਟਕਸਾਲਾਂ ਦਸਮ ਪਾਤਸ਼ਾਹ ਜੀ ਦੇ ਬਚਨਾਂ ਨਾਲ ਆਰੰਭ ਹੋਈਆਂ ਸਨ, ਜਿਨ੍ਹਾਂ ਦੇ ਪਹਿਲੇ ਜਥੇਦਾਰ ਮੁਖੀ ਭਾਈ ਮਨੀ ਸਿੰਘ ਸਾਹਿਬ ਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਨੇ। ਸੋ ਇਸ ਕਰਕੇ ਕਲਗੀਧਰ ਮਹਾਰਾਜ ਜੀ ਦੇ ਇਹ ਬਚਨ ਨੇ ਕਿ ਜਦੋਂ ਅਸੀਂ ਬਾਣੀ ਦਾ ਉਚਾਰਨ ਕਰਨਾ ਹੈ, ਉਦੋਂ ਵੀ ਸ਼ਬਦਾਂ ਦਾ ਉਚਾਰਨ ਜਿਹੜਾ ਦੁਰਸਤ ਹੋਣਾ ਚਾਹੀਦਾ, ਸ਼ੁੱਧ ਹੋਣਾ ਚਾਹੀਦਾ ਹੈ। ਸੋ ਇਸ ਕਰਕੇ ਇਹ ਬੇਨਤੀ ਕੀਤੀ ਹੈ ਕਿ ਸ਼ਬਦ ਬਾਰ-ਬਾਰ ਆਉਂਦਾ ਹੈ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ। ਅੰਮ੍ਰਿਤ ਬਾਣੀ ਅੰਦਰ ਕੁਟੰਬ ਲਫ਼ਜ਼ ਬਹੁਤ ਵਾਰ ਆਉਂਦਾ ਹੈ। ਕਿ ਮੈਂ ਤਾਂ ਬੇਨਤੀ ਕਰ ਰਿਹਾ, ਗੁਰਮੁਖਾਂ ਦੀ ਰਸਨਾ ਤੋਂ ਮੈਂ ਕਈ ਵਾਰ ਸੁਣਿਆ ਉਹ ਕੁਟੁੰਬ ਪੜ੍ਹਦੇ ਨੇ, ਕੁਟੁੰਬ। ਕੁਟੁੰਬ ਨਹੀਂ, ਅਸਲ ਵਿੱਚ ਕੁਟੰਬ ਹੈ। ਕੁਟੰਬ ਦਾ ਅਰਥ ਹੈ, ਬ੍ਰਿਜ ਭਾਸ਼ਾ ਦਾ ਲਫ਼ਜ਼ ਹੈ। ਕੁਟੰਬ ਕਹਿੰਦੇ ਪਰਿਵਾਰ ਨੂੰ। ਤੋ ਇਸ ਤਰ੍ਹਾਂ ਕਹਿੰਦੇ ਭਾਈ ਖੇਡੇ ਸੋਇਨੀ ਨੇ ਆਪਣਾ ਵੀ ਭਲਾ ਕਰ ਲਿਆ, ਸੰਗੀ ਸਾਥੀ ਵੀ ਤਰ ਗਏ, ਤੇ ਇਹਦੇ ਕੁਟੰਬ ਦਾ, ਪਰਿਵਾਰ ਦਾ ਵੀ ਭਲਾ ਹੋ ਗਿਆ। ਜਿਮ ਗਾਉਂਦੇ ਗੁਰੂ ਅੰਗਦ ਪਾਸ। ਇਉਂ ਕਹਿੰਦੇ ਹੁਣ ਇਸ ਤੋਂ ਅੱਗੇ ਜਿਸ ਤਰ੍ਹਾਂ ਭਾਈ ਗੋਇੰਦਾ ਹੋਇਆ, ਜਿਸ ਦੇ ਨਾਮ ਤੇ ਮਹਾਰਾਜ ਜੀ ਨੇ ਨਗਰ ਵਸਾਇਆ ਗੋਇੰਦਵਾਲ, ਇਹ ਵੀ ਬੜੀ ਭਾਵਨਾ ਨਾਲ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀਆਂ ਦੀ ਸ਼ਰਨ ਵਿੱਚ ਖਡੂਰ ਸਾਹਿਬ ਵਿਖੇ ਗਿਆ ਸੀ। ਕਿਉਂਕਿ ਜਿੱਥੇ ਅੱਜ ਗੋਇੰਦਵਾਲ ਸਾਹਿਬ ਦਾ ਸਥਾਨ ਬਣਿਆ ਹੋਇਆ, ਜਿਸ ਗੋਇੰਦਵਾਲ ਸਾਹਿਬ ਅਸਥਾਨ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਬਚਨ ਹੈ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਿਅਨ ਤੀਰ ਵਿਪਾਸ ਬਣਾਇਓ। ਵਿਪਾਸ ਨਾਮ ਹੈ ਬਿਆਸ ਦਰਿਆ ਦਾ, ਤੀਰ ਨਾਮ ਹੈ ਕਿਨਾਰੇ ਦਾ। ਕਹਿੰਦੇ ਜੋ ਬਿਆਸ ਦਰਿਆ ਦੇ ਕਿਨਾਰੇ ਤੇ ਗੋਇੰਦਵਾਲ ਸਾਹਿਬ ਨਗਰ ਬਣਿਆ ਹੋਇਆ ਨਾ, ਇਹ ਉਸ ਗੋਬਿੰਦ ਪ੍ਰਮਾਤਮਾ ਦੀ ਨਗਰੀ ਹੈ। ਏਡੀਆਂ ਬਖਸ਼ਿਸ਼ਾਂ ਨੇ ਇੱਥੇ ਵਰਤ ਰਹੀਆਂ ਨੇ। ਸੋ ਇੱਥੋਂ ਪਤਾ ਲੱਗਦਾ ਹੈ ਕਿ ਸਾਡੇ ਇਤਿਹਾਸਕ ਸਥਾਨਾਂ ਦੀ ਕਿੰਨੀ ਮਹਾਨਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਉਹਨਾਂ ਤੇ ਨਿਸ਼ਚਾ ਬਣੇ, ਇਸੇ ਤਰ੍ਹਾਂ ਬਣਿਆ ਰਹੇ। ਸੋ ਸਾਧ ਸੰਗਤ ਜੀ, ਇਹ ਗੋਇੰਦਵਾਲ ਸਾਹਿਬ ਵਾਲਾ ਜਿਹੜਾ ਇਲਾਕਾ ਹੈ ਨਾ, ਇੱਥੇ ਵਸੋਂ ਨਹੀਂ ਸੀ ਹੁੰਦੀ। ਸੋ ਇੱਥੇ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਸਨ। ਜਦੋਂ ਹਿਸਟਰੀ ਪੜ੍ਹਦੇ ਪਤਾ ਲੱਗਦਾ ਹੈ ਕਿ ਲੋਕ ਮੰਨਦੇ ਸਨ ਕਿ ਇੱਥੇ ਕੁਝ ਅਵਗਤ ਰੂਹਾਂ ਦਾ ਵਾਸਾ ਹੈ। ਜੇ ਕੋਈ ਇੱਥੇ ਆ ਕੇ ਵਸਣ ਦਾ ਯਤਨ ਕਰਦਾ ਸੀ, ਉਹ ਉੱਥੇ ਰਹਿ ਨਹੀਂ ਸੀ ਸਕਦਾ। ਉਜਾੜ ਦਾ ਇਲਾਕਾ ਸੀ ਤੇ ਇੱਥੇ ਦਿਨੋਂ ਵੀ ਕੋਈ ਲੰਘਦਾ ਨਹੀਂ ਸੀ ਡਰਦਾ। ਤੇ ਉੱਥੋਂ ਦਾ ਇੱਕ ਖੱਤਰੀ ਸੀ ਗੋਇੰਦਾ, ਥੋੜਾ ਹਟਮਾ ਉਹਦਾ ਟਿਕਾਣਾ ਸੀ, ਡੇਰਾ ਸੀ। ਉਹ ਫਿਰ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ 'ਚ ਗਿਆ ਸੀ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਉੱਥੇ ਮੇਰੀ ਬਹੁਤ ਵੱਡੀ ਜ਼ਮੀਨ ਹੈ, ਜਾਇਦਾਦ ਹੈ, ਮੈਂ ਉੱਥੇ ਰਹਿਣਾ ਚਾਹੁੰਦਾ, ਵਸਣਾ ਚਾਹੁੰਦਾ ਹਾਂ, ਤੁਸੀਂ ਕਿਰਪਾ ਕਰੋ ਉੱਥੇ ਆ ਕੇ ਚਰਨ ਪਾਓ। ਜਦੋਂ ਤੁਹਾਡੇ ਮੁਬਾਰਕ ਚਰਨ ਪੈਣਗੇ, ਮੈਨੂੰ ਨਿਸ਼ਚਾ ਹੈ ਮੇਰਾ ਭਲਾ ਹੋਏਗਾ, ਉਹ ਨਗਰ ਜਿਹੜਾ ਮੇਰਾ ਅਸਥਾਨ ਜਿਹੜਾ ਵਸਦਾ ਹੋ ਜਾਏਗਾ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਭਾਈ ਗੋਇੰਦੇ ਦੀ ਬੇਨਤੀ ਨੂੰ ਪ੍ਰਵਾਨ ਕੀਤਾ, ਗੁਰੂ ਅੰਗਦ ਦੇਵ ਦੂਸਰੇ ਪਾਤਸ਼ਾਹ ਜੀਆਂ ਨੇ। ਤੇ ਫਿਰ ਉਸ ਵੇਲੇ ਸੇਵਾਦਾਰ ਦੇ ਰੂਪ ਵਿੱਚ ਸਨ ਤੀਸਰੇ ਪਾਤਸ਼ਾਹ ਸ਼੍ਰੀ ਅਮਰਦਾਸ ਜੀ। ਫਿਰ ਸ਼੍ਰੀ ਅਮਰਦਾਸ ਜੀ ਉੱਥੇ ਆਏ, ਚਰਨ ਪਾਏ, ਉੱਥੇ ਰਹੇ, ਤੇ ਫਿਰ ਉੱਥੇ ਐਸੀ ਫਿਰ ਨਗਰੀ ਵਸਾਈ ਹੈ। ਅੱਜ ਆਪਾਂ ਦੇਖ ਸਕਦੇ ਕਿੰਨੀ ਚਹਿਲ ਪਹਿਲ ਹੈ, ਕਿੰਨਾ ਘੁੱਗ ਨਗਰ ਵਸ ਰਿਹਾ ਹੈ, ਜਿੱਥੇ ਕੋਈ ਦਿਨੇ ਵੀ ਲੰਘਣ ਦਾ ਸੋਚਦਾ ਨਹੀਂ ਸੀ ਕਿ ਉੱਥੋਂ ਨਹੀਂ ਲੰਘਣਾ। ਸੋ ਐਸੀਆਂ ਬਖਸ਼ਿਸ਼ਾਂ ਉਸ ਅਸਥਾਨ ਤੇ ਮਹਾਰਾਜ ਜੀ ਨੇ ਕੀਤੀਆਂ ਨੇ। ਸੋ ਸਾਧ ਸੰਗਤ ਜੀ, ਉਹ ਗੋਇੰਦਾ ਜਿਹੜਾ ਮਰਵਾਇਆਂ ਦੇ ਵਿੱਚੋਂ ਹੈ, ਖੱਤਰੀ ਹੈ, ਉਸ ਦੀ ਹੁਣ ਅੱਗੇ ਔਲਾਦ ਹੈ। ਹੁਣ ਗੋਇੰਦਵਾਲ ਸਾਹਿਬ ਉੱਥੇ ਨਗਰ ਵਸ ਗਿਆ ਹੈ, ਬੌਲੀ ਸਾਹਿਬ ਦੀ ਰਚਨਾ ਹੋ ਗਈ, ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਉੱਥੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ। ਹੁਣ ਗੋਇੰਦਾ ਜਿਹੜਾ ਹੈ, ਕਹਿੰਦੇ ਉਸ ਦਾ ਤਾਂ ਅਕਾਲ ਚਲਾਣਾ ਹੋ ਗਿਆ। ਪੂਰਬ ਕਰੀ ਹੁਤੀ ਅਰਦਾਸ। ਕਹਿੰਦੇ ਉਹਨੇ ਪਹਿਲਾਂ ਗੁਰੂ ਅੰਗਦ ਸਾਹਿਬ ਜੀਆਂ ਦੇ ਚਰਨਾਂ 'ਚ ਖਡੂਰ ਸਾਹਿਬ ਵਿਖੇ ਬੇਨਤੀ ਕੀਤੀ ਸੀ, ਗੋਇੰਦਵਾਲ ਵਿਸਾਲ ਬਸਾਇਓ। ਫਿਰ ਸਤਿਗੁਰਾਂ ਨੇ ਉਸ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਇਹ ਗੋਇੰਦਵਾਲ ਸਾਹਿਬ ਵਾਲਾ ਵਿਸ਼ਾਲ ਬਹੁਤ ਵੱਡਾ ਜੋ ਇਲਾਕਾ ਆਬਾਦ ਕਰ ਦਿੱਤਾ। ਸੋ ਗੁਰ ਕੇ ਅਨੁਸਾਰ ਰਹਾਇਓ। ਕਹਿੰਦੇ ਜਿੰਨਾ ਚਿਰ ਉਹ ਸ਼ਰੀਰ ਕਰਕੇ ਰਿਹਾ ਗੋਂਦਾ ਖੱਤਰੀ,
ਗੁਰੂ ਦੀ ਆਗਿਆ ਵਿੱਚ ਹੀ ਰਿਹਾ, ਬੜਾ ਪ੍ਰਸੰਨ ਹੋਇਆ। ਆਰ ਬਲਾ ਤਿਸ ਪੂਰੀ ਭਈ। ਜਦੋਂ ਕਹਿੰਦੇ ਉਹਦੀ ਆਰਬਲਾ ਉਮਰ ਪੂਰੀ ਹੋਈ, ਜਦੋਂ ਸਰੀਰ ਤਿਆਗ ਗਿਆ, ਉਸ ਦੀ ਮੌਤ ਹੋ ਗਈ। ਪ੍ਰਾਨ ਅੰਤ ਕਾਇਆ ਤਜ ਦਈ। ਅੰਤਲੇ ਸਮੇਂ ਕਹਿੰਦੇ ਜਦੋਂ ਪ੍ਰਾਣ ਨਿਕਲ ਗਏ, ਇਹ ਪੰਜ ਭੌਤਿਕ ਸਰੀਰ ਤਿਆਗ ਦਿੱਤਾ। ਤਿਸ ਕੀ ਸੰਤਤ ਪਾਸ਼ੇ ਰਹੀ। ਕਹਿੰਦੇ ਉਸ ਦੀ ਫਿਰ ਅੱਗੇ ਜਿਹੜੀ ਸੰਤਾਨ ਹੈ ਉਹ ਹੁਣ ਅੱਗੇ ਚੱਲ ਪਈ ਹੈ। ਤਿਨ ਮਤ ਗੁਰ ਅਨੁਸਰਨੀ ਨਹੀਂ। ਕਹਿੰਦੇ ਉਹਨਾਂ ਦੀ ਜਿਹੜੀ ਮੱਤ ਹੈ, ਉਹਨਾਂ ਦੀ ਜਿਹੜੀ ਸੋਚ ਹੈ, ਗੋਂਦੇ ਖੱਤਰੀ ਦੀ ਅੱਗੇ ਜਿਹੜੀ ਔਲਾਦ ਹੈ, ਉਹਨਾਂ ਦੀ ਕਹਿੰਦੇ ਮੱਤ ਜਿਹੜੀ ਕੁਝ ਦਰੁਸਤ ਨਹੀਂ ਹੈ। ਉਹਨਾਂ ਦੀ ਹੁਣ ਗੁਰੂ ਤੇ ਓਨੀ ਸ਼ਰਧਾ ਨਹੀਂ, ਓਨੀ ਭਾਵਨਾ ਨਹੀਂ ਹੈ। ਕਿਉਂਕਿ ਸਾਧ ਸੰਗਤ ਜੀ, ਗੁਰੂ ਤੇ ਸ਼ਰਧਾ ਰੱਖਣੀ, ਗੁਰੂ ਤੇ ਭਾਵਨਾ ਰੱਖਣੀ, ਇਹ ਜੱਦੀ ਪੁਸ਼ਤੀ ਨਹੀਂ ਹੈ ਕਿ ਜੇ ਪਿਤਾ ਜੀ ਸ਼ਰਧਾਵਾਨ ਸਿੱਖ ਨੇ ਤੇ ਪੁੱਤਰ ਵੀ ਸ਼ਰਧਾਲੂ ਹੀ ਪੈਦਾ ਹੋਏਗਾ ਜਾਂ ਪੋਤਰਾ ਵੀ ਹੋ ਜਾ ਹੋਏਗਾ। ਨਹੀਂ, ਗੁਰਸਿੱਖੀ ਦੀ ਦਾਤ, ਸ਼ਰਧਾ ਭਾਵਨਾ ਦੀ ਦਾਤ, ਗੁਰਬਾਣੀ ਦੀ ਦਾਤ, ਇਹ ਜੱਦੀ ਪੁਸ਼ਤੀ ਨਹੀਂ, ਇੱਕ ਬਖਸ਼ਿਸ਼ ਇੱਥੋਂ ਸਿੱਧ ਹੁੰਦਾ ਹੈ। ਇੱਥੋਂ ਸਿੱਧ ਹੁੰਦਾ ਹੈ ਕਿ ਇਹ ਬਖਸ਼ਿਸ਼ ਹੈ। ਜੇ ਇਹ ਬਖਸ਼ਿਸ਼ ਨਾ ਹੋਵੇ, ਹਰ ਇੱਕ ਗੁਰਸਿੱਖ ਚਾਹੁੰਦਾ ਮੇਰਾ ਪੁੱਤਰ ਗੁਰਸਿੱਖ ਹੀ ਬਣੇ, ਪਰ ਬਣ ਨਹੀਂ ਸਕਦਾ। ਬੜੇ ਯਤਨ ਹੁੰਦੇ ਨੇ ਗੁਰਮੁਖਾਂ ਦਾ ਆਪਣੇ ਧੀਆਂ ਪੁੱਤਰਾਂ ਨੂੰ ਇੱਥੋਂ ਤੱਕ ਕਹਿਣਾ ਹੁੰਦਾ ਹੈ ਕਿ ਜੇ ਤੁਸੀਂ ਗੁਰੂ ਦੇ ਮਾਰਗ ਨੂੰ ਛੱਡਿਆ ਤੇ ਘਰ ਨਾ ਆਇਓ, ਤੁਹਾਨੂੰ ਘਰੋਂ ਕੱਢ ਦਿਆਂਗੇ। ਇੱਥੋਂ ਤੱਕ ਵਾਰਨਿੰਗ ਦਿੱਤੀ ਹੁੰਦੀ ਹੈ, ਪਰ ਫਿਰ ਵੀ ਉਹ ਗੁਰੂ ਕੀ ਸਿੱਖੀ ਵਿੱਚ ਨਹੀਂ ਆਉਂਦੇ। ਇੱਥੋਂ ਪਤਾ ਲੱਗਦਾ ਹੈ ਕਿ ਇਹ ਜਿਹੜੀ ਸਿੱਖੀ ਹੈ ਜਾਂ ਗੁਰੂ ਦੀ ਸ਼ਰਧਾ ਹੈ, ਭਾਵਨਾ ਹੈ, ਬਾਣੀ ਪੜ੍ਹਨੀ ਸੁਣਨੀ, ਇਹ ਸਿਮਰਨ ਦੀਆਂ ਦਾਤਾਂ, ਇਹ ਜੱਦੀ ਪੁਸ਼ਤੀ ਨਹੀਂ ਹਨ। ਇਹ ਜਿਹਦੀ ਝੋਲੀ ਪੈ ਗਈ ਉਸੇ ਨੂੰ ਪ੍ਰਾਪਤ ਹੁੰਦੀ ਹੈ। ਹੁਣ ਕਹਿੰਦੇ ਇਸ ਤਰ੍ਹਾਂ ਜਿਹੜਾ ਗੋਂਦਾ ਖੱਤਰੀ ਹੈ, ਉਹ ਤਾਂ ਸਤਿਗੁਰਾਂ ਦਾ ਸ਼ਰਧਾਲੂ ਹੋਇਆ, ਉਹਨੇ ਤਾਂ ਜੀਵਨ ਸਫਲ ਕਰ ਲਿਆ, ਪਰ ਉਸ ਦੀ ਜਿਹੜੀ ਔਲਾਦ ਚੱਲ ਪਈ, ਇਹਨਾਂ ਦੀ ਮੱਤ ਕੁਝ ਦਰੁਸਤ ਨਹੀਂ ਹੈ। ਚੌਧਰਤਾ ਹਮਰੇ ਇਮ ਜਾਣੇ। ਕਹਿੰਦੇ ਇਹਨਾਂ ਦੇ ਅੰਦਰ ਇੱਕ ਇਹ ਖਿਆਲ ਵਸ ਗਿਆ ਹੈ ਕਿ ਅਸੀਂ ਤਾਂ ਨਗਰ ਦੇ ਚੌਧਰੀ ਹਾਂ, ਇਹ ਸਾਰੀ ਜ਼ਮੀਨ ਸਾਡੀ, ਸਾਰਾ ਇਲਾਕਾ ਸਾਡਾ ਹੈ। ਇਸ ਪੁਰ ਕੇ ਨਰ ਵਿਖੇ ਮਹਾਨੇ। ਔਰ ਇਸ ਨਗਰ ਵਿੱਚ ਸਾਡੀ ਬੜੀ ਮਹਾਨਤਾ ਹੈ। ਹਾਲਾਂਕਿ ਜਦੋਂ ਆਪਾਂ ਹਿਸਟਰੀ ਪੜਾਂਗੇ, ਸਾਧ ਸੰਗਤ ਜੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ, ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਨੇ ਜਦੋਂ ਇੱਥੇ ਅਸਥਾਨ ਬਣਾਏ ਨਾ ਗੋਇੰਦਵਾਲ ਸਾਹਿਬ, ਇਸ ਨੂੰ ਮੁੱਲ ਖਰੀਦਿਆ ਹੋਇਆ ਹੈ। ਕੋਈ ਕਹਿ ਨਹੀਂ ਸਕਦਾ ਅੱਜ ਵੀ ਇਹ ਤਾਂ ਕਿਸੇ ਦੀ ਜ਼ਮੀਨ ਤੇ ਸਤਿਗੁਰਾਂ ਨੇ ਕਬਜ਼ਾ ਕਰ ਲਿਆ ਸੀ। ਨਹੀਂ, ਸਤਿਗੁਰਾਂ ਨੇ ਮਾਇਆ ਦੇ ਕੇ ਮੁੱਲ ਖਰੀਦਿਆ। ਜਿੱਥੇ ਅੱਜ ਆਨੰਦਪੁਰ ਸਾਹਿਬ ਦੀ ਧਰਤੀ ਹੈ, ਉੱਥੇ ਵੀ ਸਾਧ ਸੰਗਤ ਜੀ ਇੱਕ ਦਿਓ ਦਾ ਵਾਸਾ ਸੀ, ਲੋਕ ਉੱਥੋਂ ਵੀ ਨਹੀਂ ਸੀ ਲੰਘਦੇ, ਉਹ ਵੀ ਕਿਸੇ ਦੀ ਨਿੱਜੀ ਪ੍ਰਾਪਰਟੀ ਸੀ, ਜਾਇਦਾਦ ਸੀ। ਤੋ ਸੱਚੇ ਪਾਤਸ਼ਾਹ ਜੀ ਉੱਥੇ ਜਦੋਂ ਪਹੁੰਚੇ ਨੇ, ਚਰਨ ਪਾਏ, ਉੱਥੇ ਨਗਰ ਆਬਾਦ ਕੀਤਾ। ਉਸ ਧਰਤੀ ਨੂੰ ਵੀ ਮਹਾਰਾਜ ਜੀ ਨੇ ਪੈਸੇ ਦੇ ਕੇ ਪਹਾੜੀ ਰਾਜਿਆਂ ਕੋਲੋਂ ਮੁੱਲ ਖਰੀਦਿਆ ਹੋਇਆ ਹੈ। ਸੋ ਇਸ ਤਰ੍ਹਾਂ ਦੀਆਂ ਕਲਾ ਸ਼ਕਤੀਆਂ ਮਹਾਰਾਜ ਜੀ ਨੇ ਵਰਤਾਈਆਂ ਨੇ। ਹੁਣ ਗੋਂਦੇ ਖੱਤਰੀ ਦੀ ਔਲਾਦ ਜਿਹੜੀ ਹੈ, ਇਹਦੇ ਮਨ ਵਿੱਚ ਹੈ ਕਿ ਸਾਡੀ ਜਾਇਦਾਦ ਹੈ, ਸਾਡਾ ਇਲਾਕਾ ਹੈ। ਇਹਨਾਂ ਦੀ ਹੁਣ ਸ਼ਰਧਾ ਨਹੀਂ, ਇਹ ਸਤਿਗੁਰਾਂ ਨਾਲ ਕੁਝ ਟੇਢਾ ਵਰਤਾਓ ਕਰਦੇ ਨੇ। ਔਰ ਇਹਨਾਂ ਦਾ ਹਸ਼ਰ ਕੀ ਹੁੰਦਾ ਹੈ, ਇਸੇ ਅਧਿਆਇ ਵਿੱਚ ਆਪਾਂ ਅਗਲੇ ਸਮੇਂ 'ਚ ਸਰਵਣ ਕਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਗੁਰੂ ਚਰਨਾਂ 'ਚ ਹਾਜ਼ਰੀ ਭਰਦੇ ਹਾਂ। ਜੋ ਪੜ੍ਹਿਆ, ਜੋ ਸੁਣਿਆ, ਜੋ ਸੁਣਾਇਆ, ਸਾਡੇ ਸਾਰਿਆਂ ਦੇ ਹਿਰਦੇ ਵਸੇ। ਗੁਰੂ ਚਰਨਾਂ 'ਚ ਅਰਦਾਸ ਹੈ, ਮਹਾਰਾਜ ਕਿਰਪਾ ਕਰੋ, ਸ਼ਰਧਾ ਭਾਵਨਾ ਦੀ ਦਾਤ ਸਾਡੀ ਝੋਲੀ ਪਾਓ। ਸਤਿਗੁਰੂ ਜੀ ਕਿਰਪਾ ਕਰਨ। ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਅੱਗੇ ਤੋਂ ਸਮਤ ਬਖਸ਼ਣੀ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਆਓ ਦੋ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ। ਤਿਸ ਕੀ ਸੰਤਤ ਪਾਸ਼ੇ ਰਹੀ। ਤਿਨ ਮਤ ਗੁਰ ਅਨੁਸਰਣੀ ਨਹੀਂ। ਚੌਧਰਤਾ ਹਮਰੇ ਇਮ ਜਾਣੇ। ਇਸ ਪੁਰ ਕੇ ਨਰ ਵਿਖੇ ਮਹਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।